ਤਾਂ ਅੱਜ ਦੇ ਆਪਣੇ ਕਰੰਟ ਅਫੇਅਰ 1 ਜੂਨ 2021 ਦੇ ਸਭ ਤੋਂ ਪਹਿਲਾ ਜਿਹੜਾ ਕਰੰਟ ਅਫੇਅਰ ਹੈ, ਮੈਂ ਤੁਹਾਨੂੰ ਨਾਲ ਦੀ ਨਾਲ ਦੂਜੀ ਜਗ੍ਹਾ ਵੀ ਸਮਝਾਉਂਦਾ ਜਾਵਾਂ, ਤੁਹਾਨੂੰ ਮੈਂ ਪੂਰੀ ਸ਼ੀਟ ਤੇ ਸਮਝਾਣਾ। ਦੇਖੋ, ਅੱਜ ਜਿਹੜੀ ਸਭ ਤੋਂ ਪਹਿਲੀ ਖਬਰ ਆਈ ਹੈ ਕਿ ਜਿਹੜੀ ਆਪਣੀ ਪੂਰੀ ਆਰਥਿਕ ਹਾਲਤ ਆਪਣੇ ਦੇਸ਼ ਦੀ ਉਹ ਪਿਛਲੇ 1 ਸਾਲ 'ਚ ਕਾਫੀ ਥੱਲੇ ਗਿਰੀ ਆ। ਠੀਕ ਹੈ, ਜਿਹੜੇ ਆਪਾਂ ਲਗਾਤਾਰ ਆਪਣਾ ਦੇਸ਼ ਤਰੱਕੀ ਕਰਦਾ ਆ ਰਿਹਾ ਸੀ, ਪਿਛਲੇ ਸਾਲ ਜਿਹੜਾ ਜਦੋਂ ਆਹ ਕਰੋਨਾ ਫੈਲਿਆ, ਲੋਕਡਾਊਨ ਹੋਏ ਆ, ਉਹਦੇ ਨਾਲ ਆਪਣੀ ਸਾਰੀ ਜਿੰਨੀ ਵੀ ਤਰੱਕੀ ਸੀ ਇਹ ਸਾਰੀ ਇੱਕ ਤਰੀਕੇ ਨਾਲ ਰੁਕ ਗਈ ਹੈ। ਰੁਕਦਾ ਕੀ ਹੈ ਕਿ ਥੱਲੇ ਗਿਰ ਗਈ ਹੈ। ਤਾਂ ਹੁੰਦਾ ਕੀ ਇਹ ਆਪਾਂ ਚੀਜ਼ਾਂ ਨਾਪਦੇ ਕਿੱਦਾਂ ਹੈ, ਆਪਾਂ ਪਤਾ ਕਿੱਦਾਂ ਕਰਦੇ ਆ। ਦੇਖੋ, ਆਪਾਂ ਕਿਸੇ ਵੀ ਦੇਸ਼ ਦੀ ਜਦੋਂ ਵੀ ਆਰਥਿਕ ਗਤੀਵਿਧੀ ਦੇਖਣੀ ਹੈ ਤਾਂ ਆਪਾਂ ਹਮੇਸ਼ਾ ਜਿਹੜੀ ਇੱਕ ਫਿਗਰ ਦੇਖਦੇ ਆ ਉਹਨੂੰ ਇੰਗਲਿਸ਼ ਕਹਿੰਦੇ ਜਿਹਨੂੰ ਜੀਡੀਪੀ ਇੰਗਲਿਸ਼ ਲਿਖ ਦੇਣਾ ਪਹਿਲਾਂ, ਗ੍ਰੋਸ ਡੋਮੈਸਟਿਕ ਪ੍ਰੋਡਕਟ। ਇਹ ਹੁੰਦਾ ਕੀ ਹੈ ਮੈਂ ਤੁਹਾਨੂੰ ਦੱਸਦਾ, ਆਪਣੇ ਪੰਜਾਬੀ ਚ ਆ ਗਿਆ ਕੁੱਲ ਘਰੇਲੂ ਨਿਰਮਾਣ। ਠੀਕ ਹੈ, ਹੁਣ ਇਹ ਹੁੰਦਾ ਕੀ ਹੈ, ਦੇਖੋ ਆਪਣੇ ਦੇਸ਼ ਵਿੱਚ ਜਿੰਨਾ ਵੀ ਆ ਜੀਡੀਪੀ ਜਾਂ ਕੁੱਲ ਘਰੇਲੂ ਨਿਰਮਾਣ ਆਪਾਂ ਕਿੱਦਾਂ ਦੇਖਦੇ ਆ, ਆਪਣੇ ਦੇਸ਼ ਵਿੱਚ 1 ਸਾਲ ਵਿੱਚ ਕਿੰਨੇ ਰੁਪਏ ਦਾ ਸਮਾਨ ਬਣਿਆ। ਉਹ ਹੁਣ ਸਮਾਨ ਦੇਖੋ 2 ਤਰੀਕੇ ਦਾ ਹੋ ਸਕਦਾ, ਇੱਕ ਤਾਂ ਜਿਹੜੀ ਆਪਣੀਆਂ ਫੈਕਟਰੀਆਂ 'ਚ ਬਣਦਾ, ਜਿਵੇਂ ਟਰੈਕਟਰ ਬਣ ਰਹੇ ਆ, ਮੋਬਾਈਲ ਫੋਨ ਬਣ ਰਹੇ, ਟੀਵੀ ਬਣ ਰਹੇ ਆ। ਦੂਜਾ ਜਿਹੜੀਆਂ ਆਪਣੀਆਂ ਸੇਵਾਵਾਂ ਵੀ ਹੁੰਦੀਆਂ, ਹੁਣ ਦੇਖੋ ਕਿਤੇ ਵੀ ਤੁਸੀਂ ਜਾ ਕੇ ਸੇਵਾਵਾਂ ਲੈਣੇ ਹੋ ਉਹਦੇ ਵੀ ਤਾਂ ਤੁਸੀਂ ਪੈਸੇ ਦਿੰਦੇ ਹੋ। ਹੁਣ ਜਿਵੇਂ ਤੁਸੀਂ ਜਾ ਕੇ ਰੈਸਟੋਰੈਂਟ 'ਚ, ਹੋਟਲ 'ਚ ਖਾਣਾ ਖਾਦਾ, ਉਹਦੇ ਵੀ ਆਪਾਂ ਪੈਸੇ ਦਿੱਤੇ। ਹੁਣ ਜਿਵੇਂ ਆਪਣੀਆਂ ਕਲਾਸਾਂ ਹੀ ਹੋ ਗਈਆਂ, ਠੀਕ ਹੈ, ਤੁਹਾਡੇ ਐਜੂਕੇਸ਼ਨ ਕਾਲਜ ਹੋ ਗਏ, ਉਹ ਤੁਹਾਨੂੰ ਮਤਲਬ ਕੁਝ ਬਣ ਕੇ ਥੋੜੀ ਮਿਲ ਰਿਹਾ, ਤੁਹਾਨੂੰ ਬਸ ਇੱਕ ਸੇਵਾ ਮਿਲਦੀ ਹੈ। ਉਹ ਇਹ ਜਿੰਨਾ ਵੀ ਇੱਕ ਪੂਰਾ ਦੇਸ਼, ਇਹਨੂੰ ਵੀ ਨਿਰਮਾਣ ਹੀ ਮੰਨਿਆ ਜਾਂਦਾ, ਕਿਉਂਕਿ ਜਿਹੜੀ ਵੀ ਚੀਜ਼ ਦੇਖੋ ਆਪਣੀ ਆਰਥਿਕ ਵਿਵਸਥਾ ਵਿੱਚ ਕੋਈ ਵੀ ਚੀਜ਼ ਜਿਹੜੀ ਪੈਸੇ ਬਣਾਊਗੀ, ਜੀ ਤੋਂ ਟੈਕਸ ਆਊਗਾ, ਉਹ ਸਾਰੀ ਚੀਜ਼ਾਂ ਨੂੰ ਇਹ ਚ ਗਿਣਿਆ ਜਾਂਦਾ ਜੀਡੀਪੀ ਚ। ਠੀਕ ਹੈ, ਤੁਹਾਡੇ ਕੁੱਲ ਘਰੇਲੂ ਨਿਰਮਾਣ ਵਿੱਚ ਸਾਰੀ ਚੀਜ਼ਾਂ ਨੂੰ ਗਿਣਿਆ ਜਾਂਦਾ। ਹੁਣ ਉਹ ਇਸੇ ਲਈ ਗਿਣਿਆ ਜਾਂਦਾ ਹੈ ਕਿਉਂਕਿ ਇਹੀ ਚੀਜ਼ ਹਰ ਸਾਲ ਆਪਾਂ ਨੂੰ ਇਹ ਦੱਸਣ 'ਚ ਮਦਦ ਕਰਦੀ ਹੈ ਕਿ ਪਿਛਲੇ ਸਾਲ ਆਪਣੇ ਭਾਰਤ ਵਿੱਚ ਕਿੰਨੀਆਂ ਚੀਜ਼ਾਂ ਬਣੀਆਂ, ਇਸ ਸਾਲ ਕਿੰਨੀਆਂ ਚੀਜ਼ਾਂ ਬਣੀਆਂ, ਅਗਲੇ ਸਾਲ ਕਿੰਨੀਆਂ ਚੀਜ਼ਾਂ ਬਣੀਆਂ। ਹੁਣ ਜਾਂ ਤਾਂ ਤੁਸੀਂ ਇਕੱਲੀ ਇਕੱਲੀ ਚੀਜ਼ ਗਿਣ ਲਓਗੇ ਕਿ ਆਹ ਇੱਕ ਬਿਸਕਟ ਦਾ ਪੈਕੇਟ ਬਣਿਆ, ਇੱਕ ਫੋਨ ਬਣਿਆ, ਪਰ ਇਹ ਆਪਣੇ ਆਪ 'ਚ ਗਿਣਨਾ ਬਹੁਤ ਵੱਡੀ ਮੁਸੀਬਤ ਹੈ। ਇਹਦੀ ਜਗ੍ਹਾ ਤੁਸੀਂ ਕੀ ਕਰਦੇ ਹੋ, ਬਸ ਜਿਹੜਾ ਜਿੰਨਾ ਵੀ ਆਹ ਟੋਟਲ ਜਿੰਨੇ ਵੀ ਪੈਸੇ ਆਏ ਆ, ਉਹ ਪੈਸੇ ਨੂੰ ਆਪਾਂ ਗਿਣ ਲੈਂਦੇ ਹਾਂ ਕਿ ਕਿੰਨੇ ਪੈਸਿਆਂ ਦਾ ਸਮਾਨ ਬਣਿਆ। ਜੇ ਪਿਛਲੇ ਸਾਲ ਤੋਂ ਜ਼ਿਆਦਾ ਪੈਸਿਆਂ ਦਾ ਸਮਾਨ ਬਣਿਆ ਹੋਊਗਾ ਤਾਂ ਆਪਣੇ ਆਪ ਤੁਹਾਡੀ ਜਿਹੜੀ ਆਰਥਿਕ ਸਥਿਤੀ ਉਹ ਵਧੀਆ ਹੋ ਗਈ ਹੋਣੀ ਹੈ। ਠੀਕ ਹੈ, ਆਰਥਿਕ ਗਤੀਵਿਧੀ ਆਪਣੀ ਵੱਧ ਗਈ ਹੋਣੀ ਹੈ। ਪਰ ਇਹੀ ਦੂਜੇ ਪਾਸੇ ਹੁਣ ਕਈ ਵਾਰੀ ਹੁੰਦਾ ਕੀ ਹੈ, ਦੇਖੋ ਆਪਾਂ ਇਹ ਵੀ ਦੇਖਦੇ ਹਾਂ, ਹੁਣ ਇੱਕ ਐਗਜ਼ਾਮਪਲ ਲਾ ਕੇ ਦੇਖਦੇ ਹਾਂ। ਹੁਣ ਜਿਹੜੀ ਆਪਣੀ ਜਿਵੇਂ ਪੈਪਸੀ ਦੀ ਬੋਤਲ ਹੈ ਜਾਂ ਕਿਸੇ ਵੀ ਕੋਕ ਦੀ ਬੋਤਲ ਲਗਾ ਲਓ, ਇਹ ਜਿਹੜੀ ਹੁਣ ਤੁਸੀਂ ਕੋਈ ਕੋਕ ਦੀ ਬੋਤਲ ਲਗਾਉਣ ਗਏ ਜਾਂ ਕਿਸੇ ਵੀ ਚੀਜ਼ ਦੀ, ਆਪਾਂ ਲੈ ਕੇ ਚੱਲਦੇ ਕਿ ਅੱਜ ਤੁਹਾਨੂੰ ਇਹ 10 ਰੁਪਏ ਦੀ ਮਿਲ ਰਹੀ ਆ। ਠੀਕ ਹੈ, ਸਾਲ ਹੈਗਾ 2020 ਦਾ, ਇਹ ਤੁਹਾਨੂੰ ਬੋਤਲ ਮਿਲ ਰਹੀ ਹੈ 10 ਰੁਪਏ ਦੀ। ਅਗਲੇ ਸਾਲ ਫਿਰ ਤੁਸੀਂ ਮਤਲਬ ਇਹ ਕੋਕ ਦੀ ਬੋਤਲ ਲੈਣ ਗਏ, ਅਗਲੇ ਸਾਲ ਤੁਹਾਨੂੰ ਇਹ ਬੋਤਲ ਮਿਲੀ 20 ਰੁਪਏ ਦੀ। ਹੁਣ ਗਿਣਤੀ ਵਿੱਚ ਪ੍ਰੋਬਲਮ ਕਿੱਥੇ, ਮਤਲਬ ਕਿੱਥੇ ਤਕਲੀਫ ਹੈ, ਸਿੱਧਾ ਪੈਸੇ ਗਿਣਨ ਵਿੱਚ। ਹੁਣ ਜੇ ਮੈਂ ਇਸ ਹਿਸਾਬ ਨਾਲ ਪੈਸੇ ਨੂੰ ਗਿਣ ਰਿਹਾ ਕਿ 10 ਰੁਪਏ ਤੇ 20 ਰੁਪਏ, ਦੇਖੋ ਮੇਰੇ ਹਿਸਾਬ ਨਾਲ 2020 ਵਿੱਚ ਜੇ ਮੈਂ ਕਹਾਂ ਕਿ ਆ ਜਿਹੜੀ ਪੈਪਸੀ ਦੀ ਬੋਤਲ ਹੈ ਪੂਰੇ ਸਾਲ 'ਚ, ਮਤਲਬ ਸਿਰਫ ਆਪਾਂ ਉਮੀਦ ਲਈ ਕਿ ਸਿਰਫ 10 ਬੋਤਲਾਂ ਹੀ ਵਿਕੀਆਂ, ਠੀਕ ਹੈ, 10 ਤੁਹਾਡੀਆਂ ਬੋਤਲਾਂ ਵਿਕ ਰਹੀਆਂ ਤੇ ਹਰ ਬੋਤਲ 10 ਰੁਪਏ ਦੀ ਵਿਕ ਰਹੀ ਹੈ, ਤਾਂ 2020 ਚ ਇਹਨਾਂ ਨੇ 100 ਰੁਪਏ ਦੇ ਇੱਕ ਤਰੀਕੇ ਨਾਲ ਕਾਰੋਬਾਰ ਕੀਤਾ, 100 ਰੁਪਏ ਦਾ ਬਿਜ਼ਨਸ ਕੀਤਾ। ਤੇ 2021 ਵਿੱਚ ਹੁਣ ਵੇਚੀਆਂ ਚਾਹੇ 10 ਹੀ ਬੋਤਲਾਂ ਹੋਣ ਫਿਰ, ਪਰ ਜੇ ਰੇਟ 20 ਰੁਪਏ ਹੋ ਗਿਆ, ਇਹ ਦਿਖਣ ਵਿੱਚ ਲੱਗ ਰਿਹਾ ਕਿ 200 ਰੁਪਏ ਕਮਾਏ ਆ। ਹੁਣ ਜੇ ਮੈਂ ਸਿਰਫ ਪੈਸੇ ਦੇਖਾਂ ਤਾਂ ਤਕਲੀਫ ਇਹ ਆਉਂਦੀ ਹੈ, ਮਤਲਬ ਜਦੋਂ ਆਪਾਂ ਆਹ ਕੁੱਲ ਘਰੇਲੂ ਨਿਰਮਾਣ ਦੇਖਦੇ ਹਾਂ, ਇੱਕ ਤਕਲੀਫ ਇਹ ਆਉਂਦੀ ਹੈ ਕਿ ਜਿਹੜੀ ਸਭ ਤੋਂ ਵੱਡਾ ਪ੍ਰੋਬਲਮ ਆਉਂਦੀ ਹੈ ਉਹ ਇਹੀ ਆਉਂਦੀ ਹੈ
ਕਿ ਆਹ ਜਿਹੜੇ 200 ਰੁਪਏ ਹੈ ਇਹ ਦੇਖਣ ਚ ਆਪਾਂ ਨੂੰ ਇਦਾਂ ਲੱਗੂਗਾ ਕਿ ਪਿਛਲੇ ਸਾਲ ਤੋਂ ਕੰਮ ਦੁੱਗਣਾ ਹੋ ਗਿਆ। ਠੀਕ ਹੈ, ਮਤਲਬ ਆਪਾਂ ਜੇ ਸਿਰਫ ਪੈਸੇ ਦੇਖ ਰਹੇ ਹਾਂ ਆਪਾਂ ਨੂੰ ਇਹ ਦਿਖ ਸਕਦਾ ਕਿ ਕਿੰਨਾ ਕੰਮ ਦੁੱਗਣਾ ਕਰ ਗਈ ਹੈ ਕੰਪਨੀ, ਪਰ ਅਸਲੀਅਤ ਕੀ ਹੈ ਕਿ ਸਮਾਨ ਤਾਂ ਸਿਰਫ 10 ਬੋਤਲਾਂ ਹੀ ਬਣੀ ਹੈ, ਇਹ ਤਾਂ ਬਿਲਕੁਲ ਸੇਮ ਚੀਜ਼ ਰਹੀ। ਹੋਇਆ ਕੀ ਹੈ, ਆਹ ਚੀਜ਼ ਜਿਹੜੀ ਵਧੀ ਹੈ ਇਹਨੂੰ ਕਹਿੰਦੇ ਆ ਕਿ ਜਿਵੇਂ ਆਪਣੀ ਮਹਿੰਗਾਈ ਹੋ ਗਈ ਆ। ਹੁਣ ਮਹਿੰਗਾਈ ਕਾਰਨ ਵੀ ਕੀ ਹੋ ਸਕਦਾ, ਹੁਣ ਮਹਿੰਗਾਈ ਨਾਲ ਤੁਸੀਂ ਪੈਸੇ ਜ਼ਿਆਦਾ ਖਰਚ ਰਹੇ ਹੋ ਪਰ ਸਮਾਨ ਉਨਾ ਹੀ ਆ ਰਿਹਾ। ਮਹਿੰਗਾਈ ਹੁੰਦੀ ਕੀ ਹੈ, ਮਹਿੰਗਾਈ ਦੀ ਤੁਹਾਨੂੰ ਆਮ ਹੀ ਕੋਈ ਪਰਿਭਾਸ਼ਾ ਪੁੱਛ ਲਈ ਕਿ ਮਹਿੰਗਾਈ ਦੀ ਪਰਿਭਾਸ਼ਾ ਕੀ ਹੈ, ਮਹਿੰਗਾਈ ਦੀ ਸਭ ਤੋਂ ਵੱਡੀ ਪਰਿਭਾਸ਼ਾ ਇਹ ਹੋਊਗੀ ਸਭ ਤੋਂ ਪਹਿਲਾਂ ਕਿ ਜਦੋਂ ਉਨੇ ਹੀ ਪੈਸਿਆਂ ਵਿੱਚ, ਜਿੰਨੇ ਪੈਸੇ ਤੁਸੀਂ ਪਹਿਲਾਂ ਖਰਚ ਰਹੇ ਸੀ ਹੁਣ ਉਨੇ ਪੈਸਿਆਂ ਵਿੱਚ ਪਹਿਲਾਂ ਨਾਲੋਂ ਸਮਾਨ ਘੱਟ ਆਵੇ, ਉਹੀ ਮਹਿੰਗਾਈ ਆ। ਠੀਕ ਹੈ, ਤਾਂ ਹੁਣ ਆਪਾਂ ਨੂੰ ਦਿਖਣ, ਹੁਣ ਤੁਸੀਂ ਜਾ ਕੇ ਬਾਜ਼ਾਰ 'ਚ ਖਰਚ ਕੇ ਤਾਂ 20 ਰੁਪਏ ਆ ਗਏ ਹੋ, ਪਰ ਪਿਛਲੇ ਸਾਲ ਜਿੱਥੇ 2 ਬੋਤਲਾਂ ਆਣੀਆਂ ਸੀ ਇਸ ਸਾਲ ਸਿਰਫ 1 ਬੋਤਲ ਆਈ ਹੈ। ਠੀਕ ਹੈ, ਤਾਂ ਤੁਹਾਨੂੰ ਹੋਰ ਜ਼ਿਆਦਾ ਖਰਚਣੇ ਪੈਣੇ, ਜੇ ਮਹਿਮਾਨ ਜ਼ਿਆਦਾ ਆਏ ਹੋਰ ਜ਼ਿਆਦਾ ਖਰਚੋਗੇ। ਇਹ ਮਹਿੰਗਾਈ ਹੈ। ਤਾਂ ਹੁਣ ਇਹਦਾ ਹਮੇਸ਼ਾ ਇਹਦੇ ਅੰਦਰ ਗਿਣਤੀ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਜਿਹਨੂੰ ਆਪਾਂ ਕਹਿੰਦੇ ਉਹ ਆ ਸਕਦੀ ਹੈ ਇਹਦੀ ਗਿਣਤੀ ਵਿੱਚ। ਇਸ ਲਈ ਆਪਾਂ ਇੱਕ ਹੋਰ ਚੀਜ਼ ਨਾਲ ਹੀ ਮਿਣਦੇ ਆ ਜਿਹਨੂੰ ਆਪਾਂ ਕਹਿੰਦੇ ਆ ਉਹ ਕੁੱਲ ਮੁੱਲ ਜੋੜ। ਠੀਕ ਹੈ, ਇਹਨੂੰ ਇੰਗਲਿਸ਼ ਕਹਿੰਦੇ ਆ ਗ੍ਰੋਸ ਵੈਲਿਊ ਐਡਡ, GVA। ਹੁਣ ਇਹ ਕੀ ਕਰਦਾ ਹੈ, ਇਹ ਨਾ ਖਾਸ ਕਰ ਇਹ ਜਿਹੜੀ ਫਿਗਰ ਬਣਦੀ ਹੈ ਇਹ ਉਹਦੇ ਨਾਲ ਹੀ ਜਾ ਕੇ ਜੁੜਦੀ ਇਹਦੇ ਨਾਲ ਹੀ ਹੈ, ਆਪਣੇ GDP ਨਾਲ, ਕੁੱਲ ਘਰੇਲੂ ਨਿਰਮਾਣ ਦੇ ਅੰਦਰ ਹੀ ਇਹਨੂੰ ਜੋੜਿਆ ਜਾਂਦਾ ਹੈ। ਇਹ ਪਰ ਹੁੰਦਾ ਕੀ ਹੈ, ਇਹ ਨਾ ਮਹਿੰਗਾਈ ਨੂੰ ਨਾਲ ਲੈ ਕੇ ਦੇਖ ਕੇ ਚੱਲਦੀ ਆ। ਇਹਦੇ ਅੰਦਰ ਆਪਾਂ ਮਹਿੰਗਾਈ ਨੂੰ ਪਹਿਲਾਂ ਹੀ ਨਾਪ ਕੇ ਚੱਲਦੇ ਹਾਂ ਕਿ ਕੀ ਜਿਹੜੀ ਆ ਕੀਮਤ ਵਧੀ ਹੈ ਉਹਦੇ ਕਾਰਨ ਆਪਾਂ ਨੂੰ ਇਹ 200 ਰੁਪਏ ਦਿਖ ਰਹੇ ਆ। ਠੀਕ ਹੈ, ਜਾਂ ਅਸਲ ਵਿੱਚ ਜਿਹੜੀਆਂ ਪਿਛਲੇ ਸਾਲ ਸਿਰਫ 10 ਬੋਤਲਾਂ ਵਿਕੀਆਂ ਸੀ ਇਸ ਸਾਲ 20 ਬੋਤਲਾਂ ਅਸਲ ਵਿੱਚ ਵਿਕੀਆਂ। ਇਹ ਜਿਹੜੀ ਚੀਜ਼ ਹੈ ਨਾ ਕਿ ਮਤਲਬ ਆਹ ਜਿਹੜੀ ਇੱਥੇ 10 ਤੇ 20 ਬੋਤਲਾਂ ਸੀ, ਸੌਰੀ ਆਹ 10 ਬੋਤਲਾਂ ਸੀ, ਜੇ ਅਗਲੇ ਸਾਲ ਐਕਚੁਅਲੀ ਆਹ 20 ਬੋਤਲਾਂ ਤੇ ਰੇਟ ਇੰਨਾ ਹੀ ਰਹਿੰਦਾ ਫਿਰ ਆਪਾਂ ਕਹਿੰਦੇ ਕਿ ਹਾਂ ਆਪਣੇ ਇੱਥੇ ਆਪਣੀ ਜਿਹੜੀ ਪੂਰੀ ਆਰਥਿਕ ਗਤੀਵਿਧੀ ਹੈ ਉਹ ਆਪਣੇ ਦੇਸ਼ ਵਿੱਚ ਵਧੀ ਹੈ, ਕਿਉਂਕਿ ਜਦ ਤੱਕ ਸਮਾਨ ਹੋਰ ਨਹੀਂ ਬਣੂਗਾ ਆਪਣੇ ਦੇਸ਼ ਵਿੱਚ, ਨੌਕਰੀਆਂ ਹੋਰ ਨਹੀਂ ਆਣਗੀਆਂ, ਤੇ ਉਹ ਸਾਰਾ ਦਾ ਸਾਰਾ ਇਸੇ ਲਈ ਇਸ ਤਰੀਕੇ ਨਾਲ ਨਾਪਿਆ ਜਾਂਦਾ ਹੈ। ਠੀਕ ਹੈ, ਤਾਂ ਤੁਹਾਡਾ ਇਹੀ ਪਹਿਲਾ ਕਰੰਟ ਅਫੇਅਰ ਇਸੇ ਚੀਜ਼ ਦੇ ਬਾਰੇ ਪੂਰਾ। ਕੋਈ ਵੀ ਡਾਊਟ ਇਹਦੇ ਵਿੱਚ? सर इसका क्वेश्चन की बन सकता इस टॉपिक ਇਹਦੇ ਅੰਦਰ ਸਰ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਆਹ ਡੈਫੀਨੇਸ਼ਨ ਹੁੰਦੀ ਹੈ, ਜਿਹੜੀਆਂ ਆਹ ਹੁਣ ਮੈਂ ਤੁਹਾਨੂੰ ਦੱਸਿਆ, ਜਿਵੇਂ ਆਪਣੇ ਇਸ ਸਾਲ ਦੇ ਮੈਂ ਤੁਹਾਨੂੰ PCS ਦਾ ਇੱਕ ਕੁਐਸਚਨ ਦੱਸਦਾ, ਤੁਹਾਡੇ ਨਾ 2 ਇੰਡੈਕਸ ਹੁੰਦੇ ਜਿਹਦੇ ਦੁਆਰਾ ਨਾ ਸਰਕਾਰ ਤੁਹਾਡੀ ਮਹਿੰਗਾਈ ਨੂੰ ਨਾਪਦੀ ਹੈ। ਇਸ ਸਾਲ ਤੁਹਾਡੇ UPSC ਵਿੱਚ ਵੀ ਕੁਐਸਚਨ ਆ ਗਿਆ ਸੀ ਤੇ PCS ਸੇਮ, ਮਤਲਬ ਮਿਲਦੇ ਜੁਲਦੇ, ਬਹੁਤ ਹੀ ਮਿਲਦੇ ਜੁਲਦੇ ਕੁਐਸਚਨ ਦੋਨਾਂ ਚ ਆ ਗਏ ਸੀ। ਮਹਿੰਗਾਈ ਨਾਪਣ ਦੇ ਨਾ 2 ਇੰਡੈਕਸ ਹੁੰਦੇ, ਕਦੀ ਨਾ ਕਦੀ ਕਰੰਟ ਅਫੇਅਰ 'ਚ ਆਪਾਂ ਇਹ ਕਰਾਂਗੇ, ਤੁਹਾਡੇ ਪੂਰੀ ਇਕਨੋਮੀ ਦੇ ਸਬਜੈਕਟ ਵਿੱਚ ਵੀ ਆਊਗਾ। ਇੱਕ ਹੁੰਦਾ WPI ਤੇ ਇੱਕ ਹੁੰਦਾ CPI। ਇਹਨਾਂ ਵਿੱਚ ਆਹ ਪੁੱਛ ਲਿਆ ਸੀ ਕਿ ਇਹਦੇ ਵਿੱਚ ਸਿਰਫ ਫੈਕਟਰੀਆਂ ਦਾ ਕੰਮ, ਮਤਲਬ WPI ਦਾ ਜਿਵੇਂ ਸਟੇਟਮੈਂਟ ਆਈ ਸੀ ਕਿ ਇਹ ਸਿਰਫ ਫੈਕਟਰੀਆਂ ਦਾ ਮਹਿੰਗਾਈ ਹੀ ਦੇਖੀ ਜਾਂਦੀ ਹੈ ਜਾਂ ਸੇਵਾਵਾਂ ਦੀ ਮਹਿੰਗਾਈ ਵੀ ਦੇਖੀ ਜਾਂਦੀ ਹੈ। ਤਾਂ ਇਦਾਂ ਦੀਆਂ ਜਿਹੜੀਆਂ ਇਹ ਡੈਫੀਨੇਸ਼ਨ ਹੈ ਨਾ ਇਹਨਾਂ ਨੂੰ ਚੱਕ ਕੇ ਕੁਐਸਚਨ ਪੁੱਛ ਲੈਂਦੇ ਆ। ਤਾਂ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਫਿਰ ਇਹ ਚ ਮਹਿੰਗਾਈ ਦਾ ਜਿਵੇਂ ਆਹ ਜਿਹੜੀ ਦੂਜੀ ਆਪਾਂ ਡੈਫੀਨੇਸ਼ਨ ਪੜ੍ਹੀ ਆ, ਠੀਕ ਹੈ, ਕੁੱਲ ਮੁੱਲ ਜੋੜ ਜਿਹੜਾ ਹੈਗਾ, ਇਹਦੇ ਅੰਦਰ ਮਹਿੰਗਾਈ ਨੂੰ ਦੇਖਿਆ ਜਾਂਦਾ ਹੈ, ਜੋੜਿਆ ਜਾਂਦਾ ਜਾਂ ਨਹੀਂ ਜੋੜਿਆ ਜਾਂਦਾ, ਜਾਂ ਸਿਰਫ ਪੈਸੇ ਦੇਖੇ ਜਾਂਦੇ। ਹੁਣ ਜਿਵੇਂ GDP ਸਿਰਫ ਪੈਸੇ ਦੇਖੇ ਜਾ ਰਹੇ ਸੀ, ਇਹ ਜਿਹੇ ਦੇਖਿਆ ਜਾ ਰਿਹਾ ਕਿ ਅਸਲ ਚ ਕਿੰਨਾ ਨਿਰਮਾਣ ਹੋਇਆ। ਤਾਂ ਇਸ ਚੀਜ਼ ਦੇ ਕਾਰਨ ਇਹ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ। ਸਰ GVA ਦੁਬਾਰਾ ਰਿਪੀਟ ਕਰ ਦਿਓ ਪਲੀਜ਼ ਇੱਕ ਵਾਰ। ਦੇਖੋ GVA ਤੁਹਾਨੂੰ ਵੈਲਿਊ ਐਡਿਡ ਮੈਂ ਤੁਹਾਨੂੰ ਇਹ ਪਹਿਲਾਂ ਇਸ ਵਰਡ ਦਾ ਹੀ ਮਤਲਬ ਦੱਸ ਦੇਣਾ, ਕਿਉਂਕਿ ਅੰਗਰੇਜ਼ਾਂ ਨੇ ਡੈਫੀਨੇਸ਼ਨ ਬਣਾਈ ਹੈ ਇਹਦਾ ਹੀ ਵਰਡ। ਵੈਲਿਊ ਐਡਿਡ ਦਾ ਮਤਲਬ ਹੁੰਦਾ ਹੈ ਕਿ ਹੋਰ ਕਿੰਨਾ ਵਾਧਾ ਹੋ ਗਿਆ, ਪਿਛਲੇ ਸਾਲ ਨਾਲੋਂ ਹੋਰ ਕਿੰਨਾ ਵਾਧਾ ਹੋਇਆ।
ਹੁਣ ਵਾਧੇ ਨੂੰ ਆਪਾਂ ਕਿੱਦਾਂ ਦੇਖਾਂਗੇ? ਹੁਣ ਵਾਧਾ ਜਾਂ ਵਾਧੇ ਨੂੰ ਆਪਾਂ ਜਦ ਵੀ ਆਪਣੀ ਆਰਥਿਕ ਪੂਰੀ ਗਤੀਵਿਧੀਆਂ ਦੇਖਦੇ ਹਾਂ, ਇਹਦੇ ਅੰਦਰ ਆਪਾਂ ਹਮੇਸ਼ਾ ਇਸ ਤਰੀਕੇ ਨਾਲ ਦੇਖਦੇ ਹਾਂ ਕਿ ਹੋਰ ਕਿੰਨਾ ਸਮਾਨ ਬਣਨਾ ਸ਼ੁਰੂ ਹੋ ਗਿਆ। ਇਹਦੇ ਵਿੱਚ ਤੁਸੀਂ ਸਿਰਫ ਪੈਸਾ ਨਹੀਂ ਦੇਖਦੇ, ਉਸ ਪੈਸੇ ਨੂੰ ਮਹਿੰਗਾਈ ਦੇ ਨਾਲ ਐਡਜਸਟ ਕਰ ਦਿੰਦੇ ਹੋ ਕਿ ਕੀ ਸਿਰਫ ਪੈਸੇ ਨਾਲ ਇਹ ਚੀਜ਼ ਮਹਿੰਗੀ ਹੋ ਰਹੀ ਹੈ, ਮਤਲਬ ਮਹਿੰਗਾਈ ਨਾਲ ਇਹ ਚੀਜ਼ ਮਹਿੰਗੀ ਹੋਈ ਹੈ, ਜਾਂ ਅਸਲ ਵਿੱਚ ਪਿੱਛੇ ਸਮਾਨ ਬਣਨਾ ਵੀ ਵਧਿਆ। ਮਤਲਬ ਪਿਛਲੇ ਸਾਲ ਜੇ 10 ਟੀਵੀ ਬਣਾ ਰਹੇ ਸੀ, ਕੀ ਇਸ ਸਾਲ ਟੀਵੀ 12 ਬਣਾਉਣ ਲੱਗੇ ਆ, ਮਤਲਬ 2 ਟੀਵੀ ਵੀ ਜ਼ਿਆਦਾ ਬਣਾ ਰਹੇ ਆ, ਉਹਨੂੰ ਵੀ ਆਪਾਂ ਕਹਾਂਗੇ ਕਿ 2 ਟੀਵੀ ਤੁਹਾਡੇ GVA ਹੈ, ਗ੍ਰੋਸ ਵੈਲਿਊ ਐਡਡ ਹੈ, ਕਿ 2 ਟੀਵੀ ਐਕਸਟਰਾ ਬਣ ਕੇ ਆ ਰਹੇ ਆ ਤੁਹਾਡੇ। ਕਿਉਂਕਿ ਹੁੰਦਾ ਕੀ ਹੈ, ਮਹਿੰਗਾਈ ਨਾਲ ਹਰ ਸਾਲ ਕੀਮਤਾਂ ਤਾਂ ਵੱਧਦੀਆਂ ਹੀ ਵੱਧਦੀਆਂ। ਠੀਕ ਹੈ, ਮਹਿੰਗਾਈ ਇਦਾਂ ਦੀ ਚੀਜ਼ ਹੈ ਕਿ ਹਰ ਸਾਲ ਉਹ ਕੀਮਤ ਪਿਛਲੇ ਸਾਲ ਤੋਂ ਜ਼ਿਆਦਾ ਹੀ ਹੋਊਗੀ। ਠੀਕ ਹੈ, ਤਾਂ ਇਸ ਤਰੀਕੇ ਨਾਲ ਆਪਣੀ ਜਦੋਂ ਆਪਾਂ ਹੁਣ ਹੈਗੀ ਹੈ ਤੇ ਇਹ ਸਾਰੀ ਮੈਥ ਹੀ ਹੈ ਨਾ, ਤਾਂ ਹੁਣ ਮੈਥ ਵਿੱਚ ਇਦਾਂ ਹੀ ਗਲਤੀ ਹੋ ਸਕਦੀ ਹੈ ਕਿ ਅੱਛਾ ਮੈਂ ਸਿਰਫ ਇਹ ਲਿਖ ਲਿਆ ਕਿ ਅੱਛਾ ਪਿਛਲੇ ਸਾਲ 100 ਸੀ, ਇਸ ਸਾਲ 110 ਹੋ ਗਿਆ। ਚਲੋ ਆਪਾਂ ਛੋਟਾ ਐਗਜ਼ਾਮਪਲ ਵੀ ਲੈ ਕੇ ਚੱਲੀਏ ਕਿ 110 ਹੋ ਗਿਆ, ਤਾਂ ਮੈਨੂੰ ਇਹ ਲੱਗੂਗਾ ਕਿ ਕੰਪਨੀ ਨੇ 10 ਰੁਪਏ ਦਾ ਜ਼ਿਆਦਾ ਕੰਮ ਕੀਤਾ, ਪਰ ਅਸਲ ਵਿੱਚ ਹੋਇਆ ਕੀ ਹੋਊਗਾ, ਉਹ 10 ਰੁਪਏ ਸਿਰਫ ਮਹਿੰਗਾਈ ਦੇ ਸ਼ਾਇਦ ਵਧੇ ਹੋਣ। ਪਰ ਉੱਥੇ ਹੀ ਜੇ ਮੈਂ ਕਹਿਣਾ ਕਿ 10 ਰੁਪਏ ਦੀ ਕੋਈ ਹੋਰ ਚੀਜ਼ ਵਿਕੀ ਹੈ, ਇੱਕ ਹੋਰ ਬੋਤਲ ਵਿਕ ਗਈ, ਸਿਰਫ ਇੱਕ ਹੀ ਚਾਹੇ ਵਿਕੀ ਹੋਵੇ, ਉਹ ਜਿਹੜੀ ਇੱਕ ਬੋਤਲ ਹੈ ਨਾ, ਉਹ ਗ੍ਰੋਸ ਵੈਲਿਊ ਐਡਡ ਹੈ, ਤੇ ਜਿਹੜੀ ਟੋਟਲ ਫਿਗਰ ਆ ਗਈ ਉਹ ਤੁਹਾਡੀ ਆਹ ਕੁੱਲ ਘਰੇਲੂ ਨਿਰਮਾਣ ਦਾ ਹਿੱਸਾ ਬਣ ਗਈ ਹੈ। ਰਾਈਟ ਸਰ। ਠੀਕ ਹੈ, ਇਸ ਤਰੀਕੇ ਨਾਲ ਨਾਪਿਆ ਜਾਂਦਾ। ਮੈਂ ਜੇ ਤੁਹਾਨੂੰ ਬਹੁਤ ਹੀ ਸ਼ਾਰਟ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਜਦੋਂ ਇਕਨੋਮੀ ਦਾ ਸਬਜੈਕਟ ਕਰੋਗੇ ਇਹ ਪੂਰੀ ਡਿਟੇਲ ਨਾਲ ਆਊਗੀ। ਤੇ ਅਗਲਾ ਜਿਹੜਾ ਕਰੰਟ ਅਫੇਅਰ ਹੈ, ਜਿਹਦੀ ਮੈਂ ਕੱਲ ਕਿਹਾ ਹੀ ਸੀ ਮੈਂ ਪਾ ਦੂੰਗਾ, ਲਕਸ਼ਦੀਪ ਟਾਪੂ ਬਾਰੇ। ਦੇਖੋ ਹੁਣ ਤੁਹਾਡੇ ਲਕਸ਼ਦੀਪ ਵਿੱਚ ਹੋ ਕੀ ਰਿਹਾ। ਪਹਿਲੀ ਗੱਲ ਤਾਂ ਕਰੰਟ ਅਫੇਅਰ 'ਚ ਮੈਂ ਨਾਲ ਕੀ ਦਿੱਤਾ ਉਹ ਵੀ ਮੈਂ ਇੱਕ ਵਾਰੀ ਦੱਸਦਾ। ਦੇਖੋ ਆਹ ਮੈਪ ਆਪਾਂ ਪਹਿਲਾਂ ਵੀ ਕੀਤਾ ਸੀ, ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ। ਆਹ ਲਕਸ਼ਦੀਪ ਜਿਹੜੇ ਹੈਗੇ ਨੇ ਬਹੁਤ ਸਾਰੇ ਟਾਪੂਆਂ ਦਾ ਇੱਕ ਪੂਰਾ ਸਮੂਹ ਆ। ਆਹ ਇੱਥੋਂ ਦੀ ਸਾਰੇ ਜਿੰਨੇ ਵੀ ਤੁਹਾਨੂੰ ਆਹ ਟਾਪੂ ਦਿਖ ਰਹੇ ਨੇ ਸਾਰੇ ਲਕਸ਼ਦੀਪ ਦੇ ਆ। ਜਿਹੜਾ ਮਿੰਨੀ ਕੋਏ ਆ ਇਹ ਵੀ ਲਕਸ਼ਦੀਪ ਦਾ ਹਿੱਸਾ ਹੈ। ਸਾਰੇ ਟਾਪੂ ਹੀ ਹੈ, ਬਹੁਤ ਸਾਰੇ ਟਾਪੂ ਇੱਥੇ। ਠੀਕ ਹੈ, ਹੁਣ ਹੈਗਾ ਕੀ ਹੈ, ਸਭ ਤੋਂ ਪਹਿਲਾਂ ਤਾਂ ਦੇਖੋ ਕਈ ਵਾਰੀ ਜਦੋਂ ਟਾਪੂਆਂ ਦੇ ਵਿੱਚ ਜਿਹੜਾ ਪਾਣੀ ਦਾ ਸੰਕਰਾ ਰਸਤਾ ਹੁੰਦਾ ਨਾ, ਜਿੱਥੋਂ ਪਾਣੀ ਨਿਕਲ ਰਿਹਾ ਹੁੰਦਾ, ਉਹਨੂੰ ਹਮੇਸ਼ਾ ਕੋਈ ਨਾਮ ਦੇ ਦਿੰਦੇ ਆ। ਤੁਹਾਨੂੰ ਹਮੇਸ਼ਾ ਨਾ ਇਹ ਨਾਮ ਦੇ ਕੁਐਸਚਨ ਇੱਕ ਸਭ ਤੋਂ ਪਹਿਲਾਂ ਤਾਂ ਆ ਸਕਦੇ ਆ। ਦੇਖੋ ਲਕਸ਼ਦੀਪ ਦੇ ਕੀ ਹੈ ਕਿ ਬਾਕੀ ਸਾਰੇ ਜਿੰਨੇ ਵੀ ਟਾਪੂ ਇੱਕ ਪਾਸੇ ਆ, ਇੱਕ ਸਿਰਫ ਮਿੰਨੀ ਕੋਏ ਦਾ ਆਈਲੈਂਡ ਥੋੜਾ ਜਿਹਾ ਜਗ੍ਹਾ ਛੱਡ ਕੇ ਆ। ਤੁਹਾਨੂੰ ਇੱਕ ਕੁਐਸਚਨ ਤਾਂ ਇਹ ਬਣ ਸਕਦਾ ਹੁੰਦਾ ਹੈ ਕਿ ਲਕਸ਼ਦੀਪ ਦੇ ਬਾਕੀ ਟਾਪੂ ਤੇ ਮਿੰਨੀ ਕੋਏ ਦੇ ਵਿੱਚ ਕਿਹੜਾ ਪਾਣੀ ਦਾ ਚੈਨਲ ਹੈ, ਉਹਦਾ ਨਾਮ ਕੀ ਹੈ। ਡਾਇਰੈਕਟ ਕੁਐਸਚਨ ਆਉਂਦਾ ਹੈ ਕਿ ਉਹਦਾ ਆਪਸ਼ਨ ਦਿੱਤਾ ਹੋਊਗਾ 9 ਡਿਗਰੀ ਚੈਨਲ, ਇਹ ਸਿੱਧਾ ਸਹੀ ਆਨਸਰ ਹੋਊਗਾ। ਠੀਕ ਹੈ, ਦੂਜਾ ਕੁਐਸਚਨ ਆ ਜਿਹੜਾ 8 ਡਿਗਰੀ ਚੈਨਲ ਹੈ, ਹੁਣ ਇਹ ਕਿਹਦੇ ਵਿੱਚ ਹੈ। ਇੱਥੇ ਤੁਹਾਡਾ ਹੈਗਾ ਜਿਹੜਾ ਤੁਹਾਡਾ ਮਾਲਦੀਵਸ ਦਾ ਦੇਸ਼ ਹੈ ਨਾ, ਉਹ ਇੱਥੇ ਆ। ਇੱਥੇ ਜਗ੍ਹਾ ਛੱਡ ਕੇ ਮਾਲਦੀਵਸ ਦਾ ਦੇਸ਼ ਇਹਦੇ ਥੱਲੇ ਹੈ। ਇਸੇ ਕਾਰਨ ਤੁਹਾਨੂੰ ਇਹ ਵੀ ਕੁਐਸਚਨ ਬਣ ਸਕਦਾ ਕਿ ਹਾਂ ਮਿੰਨੀ ਕੋਏ ਜਾਂ ਪੂਰਾ ਲਕਸ਼ਦੀਪ ਤੇ ਮਾਲਦੀਵਸ ਦੇ ਵਿੱਚ ਕਿਹੜਾ ਪਾਣੀ ਦਾ ਚੈਨਲ ਹੈ, ਉਹਦਾ ਆਨਸਰ ਹੋਊਗਾ 8 ਡਿਗਰੀ ਚੈਨਲ। ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਯਾਦ ਰੱਖਣਾ ਹੈ। ਠੀਕ ਹੈ, ਇੱਥੇ ਮਾਲਦੀਵਸ, ਮਿੰਨੀ ਕੋਏ, ਇਹ ਸਾਰੇ ਇੱਥੇ ਇਸ ਤਰੀਕੇ ਨਾਲ ਪੈਂਦੇ ਆ। ਠੀਕ ਹੈ, ਹੁਣ ਅਗਲਾ ਜਿਹੜੀ ਚੀਜ਼ ਹੈ ਉਹ ਹੈਗਾ ਜਿਹੜਾ ਅੱਜ ਕੱਲ ਲਕਸ਼ਦੀਪ 'ਚ ਚੱਲ ਕੀ ਰਿਹਾ। ਦੇਖੋ ਲਕਸ਼ਦੀਪ ਦੇ ਜਿਹੜੇ ਉੱਥੇ, ਮੈਂ ਤੁਹਾਨੂੰ ਲਕਸ਼ਦੀਪ ਦੀ ਉਹ ਦੱਸਣ ਤੋਂ ਪਹਿਲਾਂ ਨਾ ਮੈਂ ਲਕਸ਼ਦੀਪ ਚੱਲਦਾ ਕਿੱਦਾਂ ਇਹ ਦੱਸ ਦਿੰਦਾ, ਫਿਰ ਮੈਂ ਤੁਹਾਨੂੰ ਕਲੈਰਿਟੀ ਨਾਲ ਸਮਝਾਣਾ। ਦੇਖੋ ਜਿਹੜੀਆਂ ਆਪਣੀਆਂ ਯੂਨੀਅਨ ਟੈਰੀਟਰੀਜ਼ ਹੁੰਦੀਆਂ, ਜਿੰਨੀਆਂ ਵੀ ਆਪਣਾ, ਜਿਵੇਂ ਚੰਡੀਗੜ੍ਹ ਇੱਕ ਯੂਨੀਅਨ ਟੈਰੀਟਰੀ ਹੈ, ਜਿਹਨੂੰ ਆਪਾਂ UT ਕਹਿੰਦੇ ਆ। ਠੀਕ ਹੈ, ਆਪਣੇ ਪੰਜਾਬੀ 'ਚ ਆ ਗਿਆ ਸੰਘ ਰਾਜ ਖੇਤਰ। ਸੰਘ ਰਾਜ ਦੇ ਜਿਹੜੇ ਖੇਤਰ ਹੈ, ਠੀਕ ਹੈ, ਸੈਂਟਰ ਦੇ ਜਿਹੜੇ ਇਲਾਕੇ ਆ, ਸੰਘ ਯੂਨੀਅਨ ਦਾ ਮਤਲਬ ਹੁੰਦਾ ਸੈਂਟਰ ਦੇ ਇਲਾਕੇ। ਇੱਥੇ ਸੈਂਟਰ ਜਿਹੜਾ ਆਪਣਾ ਸੰਵਿਧਾਨ ਹੈ ਨਾ, ਉਹਨੇ ਕੀ ਕੀਤਾ, ਜਿਹੜਾ ਆਪਣਾ ਕਨਸਟੀਟਿਊਸ਼ਨ ਹੈ ਇੰਡੀਆ ਦਾ, ਉਹਨੇ ਨਾ ਇਹ ਇਲਾਕਿਆਂ ਨੂੰ ਚਲਾਉਣ ਦੀ ਸਾਰੀ ਪਾਵਰ, ਸਾਰੀ ਸ਼ਕਤੀਆਂ ਜਿਹੜੀਆਂ ਦਿੱਤੀਆਂ ਸੈਂਟਰ ਦੀ ਸਰਕਾਰ ਨੂੰ ਦਿੱਤੀਆਂ, ਤੇ ਸੈਂਟਰ ਵਿੱਚ ਜਿਹੜਾ ਸਭ ਤੋਂ ਉੱਤੇ ਦੇ ਆਫਿਸ 'ਚ ਬੈਠਾ ਉਸ ਬੰਦੇ ਨੂੰ ਦਿੱਤੀਆਂ। ਉਹ ਹੈਗਾ ਤੁਹਾਡਾ
ਰਾਸ਼ਟਰਪਤੀ, ਜਿਹੜਾ ਤੁਹਾਡਾ ਪ੍ਰੈਜ਼ੀਡੈਂਟ ਹੈ। ਤੁਹਾਡੇ ਸੰਵਿਧਾਨ ਵਿੱਚ ਲਿਖਿਆ ਹੈ ਕਿ ਤੁਹਾਡਾ ਰਾਸ਼ਟਰਪਤੀ ਇਹ ਸਾਰੇ ਸੰਘ ਰਾਜ ਖੇਤਰਾਂ ਨੂੰ ਚਲਾਊਗਾ, ਠੀਕ ਹੈ, ਇਹ ਲਿਖਿਆ। ਹੁਣ ਪਰ ਆਪਣੇ ਜਿੰਨੇ ਆਹ ਯੂਨੀਅਨ ਟੈਰੀਟਰੀਜ਼ ਹੈ, ਇਹ ਤਾਂ ਚੰਡੀਗੜ੍ਹ ਵੀ ਆ, ਹੁਣ ਤਾਂ ਚਲੋ ਲੱਦਾਖ ਜੰਮੂ ਕਸ਼ਮੀਰ ਵੀ ਬਣ ਗਏ, ਦਿੱਲੀ ਵੀ ਆ, ਫਿਰ ਤੁਹਾਡਾ ਦਾਦਰ ਨਗਰ ਹਵੇਲੀ, ਦਮਨ ਦਿਊ, ਇਹ ਦੋਨਾਂ ਨੂੰ ਜੋੜਤਾ ਹੁਣ, ਠੀਕ ਹੈ, ਦਾਦਰ ਐਂਡ ਨਗਰ ਹਵੇਲੀ ਤੇ ਦਮਨ ਐਂਡ ਦਿਊ ਇਹਨਾਂ ਨੂੰ ਜੋੜਤਾ। ਫਿਰ ਤੁਹਾਡੇ ਅੰਡੇਮਾਨ ਐਂਡ ਨਿਕੋਬਾਰ ਹੋ ਗਏ, ਲਕਸ਼ਦੀਪ ਹੋ ਗਏ, ਪੁਡੂਚੇਰੀ ਹੋ ਗਿਆ। ਹੁਣ ਇੰਨੀ ਜਗ੍ਹਾ ਨੂੰ ਤੁਹਾਡਾ ਰਾਸ਼ਟਰਪਤੀ ਦਿੱਲੀ 'ਚ ਬੈਠੇ ਹੋਏ ਕਿੱਦਾਂ ਚਲਾ ਲੂਗਾ? ਤਾਂ ਰਾਸ਼ਟਰਪਤੀ ਕਰਦਾ ਕੀ ਹੈ? ਰਾਸ਼ਟਰਪਤੀ ਨਾ ਹਮੇਸ਼ਾ ਅੱਗੇ ਆਪਣਾ ਕੋਈ ਚਾਲਕ, ਜਿਹਨੂੰ ਆਪਾਂ ਐਡਮਿਨਿਸਟ੍ਰੇਟਰ ਕਹਿੰਦੇ ਆ, ਠੀਕ ਹੈ, ਕੋਈ ਆਪਣਾ ਚਾਲਕ ਨਿਯੁਕਤ ਕਰ ਦਿੰਦਾ, ਠੀਕ ਹੈ, ਇਹਦੀ ਨਿਯੁਕਤੀ ਕਰ ਦੂਗਾ ਇਸ ਚੀਜ਼ ਤੇ। ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਕਿ ਜਿਹੜੇ ਯੂਟੀ ਦੇ ਚਾਲਕ ਹੁੰਦੇ ਆ ਉਹਨਾਂ ਨੂੰ ਕੌਣ ਨਿਯੁਕਤ ਕਰਦਾ? ਉਹਨਾਂ ਦੀ ਨਿਯੁਕਤੀ ਰਾਸ਼ਟਰਪਤੀ ਖੁਦ ਕਰਦਾ ਹੁੰਦਾ ਹੈ। ਤਾਂ ਤੁਹਾਡਾ ਰਾਸ਼ਟਰਪਤੀ ਇਹਨਾਂ ਨੂੰ ਨਿਯੁਕਤ ਕਰੂਗਾ ਕਿ ਤੁਸੀਂ ਇਸ ਟੈਰੀਟਰੀ ਜਾਓ, ਇਸ ਟੈਰੀਟਰੀ ਦੀ ਜਿੰਨਾ ਵੀ ਇਸ ਟੈਰੀਟਰੀ ਦਾ ਪ੍ਰਸ਼ਾਸਨ ਹੈ ਉਹ ਤੁਸੀਂ ਚਲਾਣਾ ਹੈ। ਹੁਣ ਇਹਦੇ ਪ੍ਰਸ਼ਾਸਨ ਚਲਾਉਣ ਲਈ ਕੋਈ ਵੀ ਕਾਨੂੰਨ ਬਣਾਉਣਾ ਪਵੇ, ਕੁਝ ਵੀ ਬਣਾਉਣਾ ਪਵੇ, ਉਹ ਤੁਸੀਂ ਬਣਾ ਸਕਦੇ ਹੋ। ਉਹਦੇ ਲਈ ਹੁੰਦਾ ਕੀ ਹੈ, ਪਰ ਇਹ ਨਹੀਂ ਹੈ ਕਿ ਹਰ ਬੰਦੇ ਦੀ ਆਪਣੀ ਮਰਜ਼ੀ ਹੋਗੀ। ਜਿਵੇਂ ਹੁਣ ਜਿਹੜਾ ਚਾਲਕ ਹੈ, ਜਿਹੜਾ ਤੁਹਾਡਾ ਇੱਥੇ ਇਸ ਟਾਈਮ ਗਵਰਨਰ, ਜਿਹੜਾ ਇੱਥੇ ਲਕਸ਼ਦੀਪ ਚ ਭੇਜਿਆ ਹੋਇਆ ਤੁਹਾਡੇ ਪ੍ਰਫੁੱਲ ਨਾਮ ਦਾ ਜਿਹੜੇ ਚਾਲਕ ਭੇਜੇ ਗਏ ਆ, ਉਹਨਾਂ ਨੇ ਕੀ ਕੀਤਾ, ਇੱਥੇ ਹੁਣ ਬਹੁਤ ਸਾਰੇ ਨਾ ਕਾਨੂੰਨ ਪਾਸ ਕਰਨੇ ਸ਼ੁਰੂ ਕੀਤੇ, ਮਤਲਬ ਇੱਥੇ ਲਈ ਬਹੁਤ ਸਾਰੇ ਨਿਯਮ ਬਣਾਉਣੇ ਸ਼ੁਰੂ ਕੀਤੇ ਆ। ਹੁਣ ਉਹ ਨਿਯਮ ਕਿਸ ਚੀਜ਼ ਲਈ ਹੈ? ਦੇਖੋ, ਕਈ ਤਾਂ ਆਪਣੇ ਇੱਥੇ ਟੂਰਿਜ਼ਮ ਵਧਾਉਣ ਲਈ ਹੈ, ਕਿਉਂਕਿ ਇਹ ਆਈਲੈਂਡ, ਦੇਖੋ ਮਾਲਦੀਵ ਤੁਸੀਂ ਦੇਸ਼ ਸੁਣਿਆ ਹੋਊਗਾ, ਬਹੁਤ ਹੀ ਸੋਹਣਾ, ਬਹੁਤ ਹੀ ਦੁਨੀਆ ਘੁੰਮਣ ਜਾਂਦੀ ਹੈ। ਆਪਣੇ ਜਿਹੜੇ ਆਹ ਟਾਪੂ ਆ ਨਾ, ਇਹ ਵੀ ਬਹੁਤ ਸੋਹਣੇ ਆ, ਬਸ ਹੈ ਕਿ ਇੱਥੇ ਕੋਈ ਚੰਗੇ ਹੋਟਲ ਰੈਸਟੋਰੈਂਟ ਵਰਗੀ ਚੀਜ਼ ਨਹੀਂ ਹੈਗੀ। ਦੂਜਾ, ਇਹ ਆਈਲੈਂਡ ਸੇ ਕਿਉਂਕਿ ਜ਼ਿਆਦਾਤਰ ਆਬਾਦੀ ਨਾ ਮੁਸਲਮਾਨਾਂ ਦੀ ਹੈ, ਇਸ ਕਾਰਨ ਆਪਣੇ ਅੱਜ ਤੱਕ ਭਾਰਤ ਸਰਕਾਰ ਨੇ ਕੀ ਕੀਤਾ ਹੋਇਆ ਕਿ ਤਾਂ ਕਿ ਦੇਖੋ ਇਸਲਾਮ ਵਿੱਚ ਕੀ ਹੈ, ਇਸਲਾਮ ਵਿੱਚ ਨਾ ਸ਼ਰਾਬ ਹਰਾਮ ਮੰਨੀ ਜਾਂਦੀ ਹੈ। ਇਸ ਕਾਰਨ ਇਹ ਟਾਪੂ ਦੇ ਜਿੰਨੇ ਲੋਕੀ ਰਹਿੰਦੇ ਆ ਨਾ, ਉਹਨਾਂ ਦੇ ਇਸ ਭਾਵਨਾ ਦਾ ਧਿਆਨ ਰੱਖਦੇ ਹੋਏ ਆਪਣੀ ਭਾਰਤ ਸਰਕਾਰ ਨੇ ਕੀ ਕੀਤਾ ਹੋਇਆ ਸੀ, ਇਹ ਸਾਰੇ ਟਾਪੂਆਂ ਤੇ ਸ਼ਰਾਬ ਮਨਾ ਸੀ, ਕੋਈ ਸ਼ਰਾਬ ਪੀ ਨਹੀਂ ਸਕਦਾ, ਲੈ ਕੇ ਨਹੀਂ ਜਾ ਸਕਦਾ, ਬਹੁਤ ਵੱਡੀ ਸਜ਼ਾ ਸੀ ਇਹਦੀ, ਠੀਕ ਹੈ। ਪਰ ਇੱਥੋਂ ਦੇ ਲੋਕ ਹੁਣ ਜਿਹੜਾ ਆਪਣਾ ਬੀਫ ਆ, ਜਿਹੜੀ ਗਾਵਾਂ ਦਾ ਮਾਸ, ਇਹ ਸਭ ਕੁਝ ਹੈ, ਉਹ ਖਾਂਦੇ ਆ। ਤਾਂ ਆਪਣੇ ਹੁਣ ਇੱਥੇ ਹੀ ਮਤਲਬ ਹਰ ਪਾਸੋਂ ਦੀ ਕਿੱਥੇ ਦੀ ਇਹ ਹੁਣ ਏਡੀ ਖਬਰਾਂ ਉੱਡ ਰਹੀਆਂ, ਕਿਉਂਕਿ ਸਭ ਤੋਂ ਪਹਿਲੀ ਗੱਲ ਤਾਂ ਹੁਣ ਜਿਹੜੇ ਭੇਜੇ ਗਏ ਆ ਤੁਹਾਡੇ ਚਾਲਕ, ਜਿਹੜੇ ਭੇਜੇ ਗਏ ਆ, ਇਹਨਾਂ ਨੇ ਕੀ ਕੀਤਾ, ਇੱਥੋਂ ਲਈ ਜਿਹੜੇ ਹੁਣ ਨਿਯਮ ਬਣਾਏ ਆ, ਉਹਦੇ ਅੰਦਰ ਜਿਹੜੇ ਹੁਣ ਕੁਦਰਤ ਦੀ ਰੱਖਿਆ ਕਰਨਾ ਚਾਹੁੰਦੇ, ਕੁਦਰਤ ਨੂੰ ਬਚਾ ਕੇ ਰੱਖਣਾ ਚਾਹੁੰਦੇ, ਉਹ ਕਹਿੰਦੇ ਕਿ ਜਿਹੜੇ ਆ ਨਿਯਮ ਹੈ ਇੱਕ ਇੱਥੋਂ ਦੀ ਜਿੰਨੀ ਵੀ ਕੁਦਰਤੀ ਖੂਬਸੂਰਤੀ ਉਹਨੂੰ ਤਬਾਹ ਕਰ ਦੇਣਗੇ। ਕਿਉਂਕਿ ਆਪਾਂ ਕਰਨ ਕੀ ਲੱਗੇ ਆ ਕਿ ਇੱਥੇ ਹੁਣ ਪ੍ਰਾਈਵੇਟ ਸੈਕਟਰ ਨੂੰ ਹੋਟਲ ਬਣਾਉਣੇ, ਰੈਸਟੋਰੈਂਟ ਬਣਾਉਣੇ, ਸਭ ਕੁਝ ਅਲਾਉ ਕਰ ਰਹੇ ਆ। ਆਪਾਂ ਉਦਾਂ ਦਾ ਹੀ ਲਕਸ਼ਦੀਪ ਨੂੰ ਬਣਾਉਣ ਵਾਲੇ ਆ ਜਿੱਦਾਂ ਦਾ ਮਾਲਦੀਵਸ ਆ। ਪਰ ਚਲੋ ਇੱਕ ਤਰੀਕੇ ਨਾਲ ਪੈਸੇ ਕਮਾਉਣ ਲਈ ਤੇ ਭਾਰਤ ਨੂੰ ਦੇ ਅੰਦਰ ਹੋਰ ਬਾਹਰ ਵਿਦੇਸ਼ੀ ਆਪਣੇ ਭਾਰਤ ਚ ਆਉਣੇ ਸ਼ੁਰੂ ਕਰਨ, ਘੁੰਮਣਾ ਸ਼ੁਰੂ ਕਰਨ, ਉਹਦੇ ਲਈ ਜ਼ਰੂਰੀ ਹੈ ਕਰਨਾ। ਪਰ ਦਿੱਕਤ ਕਿੱਥੇ ਹੈ? ਦਿੱਕਤ ਲੋਕਾਂ ਦੀ ਹੈਗੀ ਹੈ, ਇੱਕ ਤਾਂ ਦੇਖੋ ਜਿਹੜੀ ਸ਼ਰਾਬ ਉਹਨਾਂ ਲਈ ਹਰਾਮ ਹੈ, ਸ਼ਰਾਬ ਨੂੰ ਵੀ ਅਲਾਉ ਕਰ ਦਿੱਤਾ ਗਿਆ, ਤੇ ਦੂਜਾ ਜਿਹੜਾ ਉਹ ਮਾਸ ਖਾਂਦੇ ਆ, ਹੁਣ ਜਿਹੜਾ ਬੀਫ ਖਾਂਦੇ ਆ, ਉਹਨਾਂ ਨੂੰ ਉੱਥੇ ਬੀਫ ਬੈਨ ਲਾਇਆ ਜਾ ਰਿਹਾ ਕਿ ਬੀਫ ਆਪਾਂ ਇੱਥੇ ਕਿਸੇ ਨੂੰ ਵੱਢਣ ਹੀ ਨਹੀਂ ਦੇਣਾ, ਖਾਣ ਹੀ ਨਹੀਂ ਦੇਣਾ। ਉਹਦੇ ਉੱਤੇ ਲੋਕਾਂ ਨੂੰ ਹੋਰ ਵੀ ਜ਼ਿਆਦਾ ਤਕਲੀਫ ਹੈ, ਕਿਉਂਕਿ ਇੱਥੇ ਕਿਹੜਾ ਤੁਹਾਡੇ ਲੋਕਾਂ ਦੇ ਜਜ਼ਬਾਤ ਜੁੜੇ ਆ ਗਾਂ ਨਾਲ, ਉਹ ਤਾਂ ਬਲਕਿ ਲੋਕੀ ਉੱਥੇ ਖਾਂਦੇ ਆ, ਤੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਅਸੀਂ ਤੁਹਾਨੂੰ ਖਾਣ ਨਹੀਂ ਦੇਣਾ। ਇਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਆ ਉੱਥੇ, ਤੇ ਲੋਕੀ ਇਹਦਾ ਹੀ ਵਿਰੋਧ ਕਰ ਰਹੇ ਆ ਉੱਥੇ ਬਹਿ ਕੇ ਕਿ ਅਸੀਂ ਇਸ ਚੀਜ਼ ਨੂੰ ਨਹੀਂ ਮੰਨਣਾ। ਪਰ ਇਹ ਹਜੇ ਤੱਕ ਕਾਨੂੰਨ ਇਹ ਲਾਗੂ ਨਹੀਂ ਹੋਏ। ਇਹ ਕਾਨੂੰਨ ਲਾਗੂ ਹੋਣਗੇ ਜਦੋਂ ਆਹੀ ਮਤਲਬ ਜਿਹੜਾ ਹੁਣ ਮੈਂ ਤੁਹਾਨੂੰ ਸਿਸਟਮ ਦੱਸਿਆ ਕਿ ਸਾਰੇ ਚੱਲਦੇ ਕਿੱਦਾਂ। ਇਸ ਸਿਸਟਮ ਵਿੱਚ ਹੁਣ ਹੁੰਦਾ ਕੀ ਹੈ, ਜੇ ਕੋਈ ਵੀ ਤੁਹਾਡੀ ਯੂਨੀਅਨ ਟੈਰੀਟਰੀ 'ਚ ਕੋਈ ਵੀ ਕੰਮ ਹੋਣਾ ਹੈ ਨਾ, ਕੋਈ ਵੀ ਉੱਥੇ ਨਿਯਮ ਬਣਨੇ ਆ, ਉਹ ਚਾਲਕ ਦੀ ਮਰਜ਼ੀ ਨਹੀਂ ਹੁੰਦੀ ਕਿ ਚਾਲਕ ਆਪਣੀ ਮਨਮਰਜ਼ੀ ਨਾਲ ਨਿਯਮ ਬਣਾ ਲੂਗਾ, ਮਤਲਬ ਉਹ ਸਿਰਫ ਸਲਾਹ ਦੇ ਸਕਦਾ। ਇਹ ਚਾਲਕ ਕੀ ਕਰੂਗਾ, ਇਹ ਜਿਹੜੀ ਤੁਹਾਡੀ ਗ੍ਰਹਿ ਮੰਤਰਾਲੇ ਹੈ, ਗ੍ਰਹਿ ਮੰਤਰਾਲਾ ਜਿਹੜੀ ਤੁਹਾਡੀ ਹੋਮ ਮਿਨਿਸਟਰੀ ਹੈ ਸੈਂਟਰ ਦੀ,
ਜਿਹਦੇ ਮਿਨਿਸਟਰ ਹੈਗੇ ਆ ਤੁਹਾਡੇ ਅਮਿਤ ਸ਼ਾਹ, ਉਸ ਮੰਤਰਾਲੇ ਨੂੰ ਆਪਣਾ ਇਹ ਸਾਰੇ ਜਿੰਨੇ ਵੀ ਇਹਨੇ ਨਿਯਮ ਬਣਾਣੇ ਆ ਉਹ ਭੇਜਣਗੇ। ਫਿਰ ਗ੍ਰਹਿ ਮੰਤਰਾਲੇ ਆਪਣੀ ਸਲਾਹ ਦਿੰਦਾ ਹੈ ਤੇ ਉਹਦੀ ਸਲਾਹ ਤੇ ਰਾਸ਼ਟਰਪਤੀ ਸਾਈਨ ਕਰੂਗਾ ਇਹਦੇ ਉੱਤੇ। ਜਿੱਦਣ ਰਾਸ਼ਟਰਪਤੀ ਨੇ ਸਾਈਨ ਕਰਤੇ ਉਦੋਂ ਬਾਅਦ ਜਾ ਕੇ ਇਹਦੇ ਨਿਯਮ ਲਾਗੂ ਹੋਣਗੇ, ਉਦੋਂ ਪਹਿਲਾਂ ਉਹਦੇ ਨਿਯਮ ਹਜੇ ਨਹੀਂ ਲਾਗੂ ਹੋ ਰਹੇ। ਠੀਕ ਹੈ, ਇਸ ਤਰੀਕੇ ਨਾਲ ਇਹ ਪੂਰਾ ਸਿਸਟਮ ਚੱਲਦਾ। ਹਾਂਜੀ ਜੋ ਇਹ ਐਡਮਿਨਿਸਟ੍ਰੇਟਰ ਆ, ਮਤਲਬ ਹਾਂਜੀ ਉਹਦਾ ਡੈਜ਼ਿਗਨੇਸ਼ਨ ਕੀ ਹੋਊਗਾ ਉੱਥੇ? ਆਪਾਂ ਇੱਕ ਐਜ਼ ਅ ਸਿੰਪਲ ਵਰਡਿੰਗ ਚ ਕਹਿ ਦਿੰਦੇ ਹਾਂ ਕਿ ਇਹ ਸੈਂਟਰ ਗਵਰਨਮੈਂਟ ਵੱਲੋਂ ਅਪਾਇੰਟ ਹੈ, ਲਾਈਕ ਆਈਏਐਸ ਆਫੀਸਰਸ ਦੀ ਤਰ੍ਹਾਂ। ਦੇਖੋ ਇਦੋਂ ਪਹਿਲਾਂ ਕੀ ਹੁੰਦਾ ਸੀ, ਇਦੋਂ ਪਹਿਲਾਂ ਮਤਲਬ ਇਹ ਪਹਿਲੀ ਵਾਰੀ ਇਦਾਂ ਹੋਇਆ ਕਿ ਕਿਸੇ ਮਤਲਬ ਪਹਿਲੀ ਵਾਰੀ ਨਹੀਂ, ਚਲੋ ਪਹਿਲਾਂ ਵੀ ਹੋ ਚੁੱਕਿਆ ਚੰਡੀਗੜ੍ਹ ਵਿੱਚ ਵੀ। ਇਸ ਟਾਈਮ ਤੁਹਾਡੇ ਬੀਜੇਪੀ ਦੇ ਹੀ ਐਡਮਿਨਿਸਟ੍ਰੇਟਰ ਬੈਠੇ ਹੋਏ ਆ। ਮਤਲਬ ਬੀਜੇਪੀ ਦੀ ਸਰਕਾਰ ਤੋਂ ਪਹਿਲਾਂ ਜ਼ਿਆਦਾਤਰ ਭਾਰਤ 'ਚ ਕੀ ਹੋ ਰਿਹਾ ਸੀ, ਜਾਂ ਜਿਹੜੇ ਤੁਹਾਡੇ ਆਈਏਐਸ ਆਈਪੀਐਸ ਜਿਹੜੇ ਰਹੇ ਆ ਨਾ, ਉਹਨਾਂ ਨੂੰ ਚਾਲਕ ਬਣਾ ਦਿੱਤਾ ਜਾਂਦਾ ਸੀ। ਸਾਰੀ ਜਗ੍ਹਾ ਦਾ ਐਡਮਿਨਿਸਟ੍ਰੇਟਰ ਦੀ ਪੋਸਟ ਹੁੰਦੀ ਹੈ। ਇਹ ਐਡਮਿਨਿਸਟ੍ਰੇਟਰ ਇਹੀ ਟਾਈਟਲ ਆ ਇਹਨਾਂ ਦਾ। ਠੀਕ ਹੈ, ਜਿਵੇਂ ਚੰਡੀਗੜ੍ਹ ਵਿੱਚ ਵੀ ਜੋ ਬਦਨੌਰ ਹੈ ਉਹ ਯੂਟੀ ਐਡਮਿਨਿਸਟ੍ਰੇਟਰ ਚੰਡੀਗੜ੍ਹ ਉਹਨਾਂ ਨੂੰ ਬੋਲਿਆ ਜਾਂਦਾ। ਐਡਮਿਨਿਸਟ੍ਰੇਟਰ ਹੀ ਪੋਸਟ ਮਿਲਦੀ ਹੈ। ਠੀਕ ਹੈ, ਮਤਲਬ ਹੁਣ ਰਾਸ਼ਟਰਪਤੀ ਦੀ ਨਾ ਮਰਜ਼ੀ ਹੁੰਦੀ ਹੈ ਇਹਨਾਂ ਨੂੰ ਕਿਹੜਾ ਟਾਈਟਲ ਦੇਣਾ। ਤਾਂ ਜਿਵੇਂ ਲਕਸ਼ਦੀਪ ਹੋ ਗਿਆ ਜਾਂ ਚੰਡੀਗੜ੍ਹ ਹੋ ਗਿਆ, ਇੱਥੇ ਇਹਨਾਂ ਨੂੰ ਐਡਮਿਨਿਸਟ੍ਰੇਟਰ ਕਹਿ ਦਿੰਦੇ ਆ। ਦਿੱਲੀ 'ਚ ਇਹਨਾਂ ਨੂੰ ਲਿeutenant ਗਵਰਨਰ ਕਹਿ ਦਿੰਦੇ ਆ। ਠੀਕ ਹੈ, ਦਿੱਲੀ ਤੇ ਪੁਡੂਚੇਰੀ 'ਚ ਉਹੀ ਲੋਕਾਂ ਨੂੰ ਲਿeutenant ਗਵਰਨਰ ਕਹਿੰਦੇ ਆ। ਪਰ ਰਾਸ਼ਟਰਪਤੀ ਦੀ ਮਰਜ਼ੀ ਹੈ ਕਿਹਨੂੰ ਕਿਹੜਾ ਟਾਈਟਲ ਦੇਣਾ। ਠੀਕ ਹੈ, ਤਿੰਨ ਟਾਈਟਲ। ਹਾਂ ਬਿਲਕੁਲ, ਕਿਰਨ ਬੇਦੀ ਆਈ ਥਿੰਕ ਹਾਂਜੀ ਹਾਂਜੀ ਇਹ ਸਰ ਐਜ਼ ਅ ਗਵਰਨਰ ਦੇ ਤੌਰ ਤੇ। ਹਾਂਜੀ ਲਿeutenant ਗਵਰਨਰ, ਹਾਂਜੀ ਹਾਂਜੀ ਹਾਂਜੀ। ਉਹ ਰਾਸ਼ਟਰਪਤੀ ਦੀ ਮਰਜ਼ੀ ਹੈ ਕਿ ਉਹ ਕਿਸੇ ਨੂੰ ਕਿਹੜਾ ਟਾਈਟਲ। ਹੁਣ ਕੱਲ ਰਾਸ਼ਟਰਪਤੀ ਦਾ ਮਨ ਕਰੇ ਕਿਸੇ ਦਾ ਟਾਈਟਲ ਬਦਲਣ ਦਾ, ਉਹ ਲਕਸ਼ਦੀਪ ਦੇ ਇਸ ਬੰਦੇ ਦਾ ਟਾਈਟਲ ਚੇਂਜ ਕਰ ਦੇ। ਹੁਣ ਜਿਵੇਂ ਅੰਡੇਮਾਨ 'ਚ ਪਹਿਲਾਂ ਜਿਹੜਾ ਐਡਮਿਨਿਸਟ੍ਰੇਟਰ ਜਾਂਦਾ ਹੁੰਦਾ ਸੀ ਉਹਨੂੰ ਟਾਈਟਲ ਮਿਲਦਾ ਹੁੰਦਾ ਸੀ ਚੀਫ ਕਮਿਸ਼ਨਰ ਦਾ। ਠੀਕ ਹੈ, ਤਾਂ ਆਪਣੇ ਰਾਸ਼ਟਰਪਤੀ ਦੀ ਮਰਜ਼ੀ ਹੈ, ਪ੍ਰੈਜ਼ੀਡੈਂਟ ਦੀ ਮਰਜ਼ੀ ਹੈ ਕਿ ਉਹ ਕਿਹੜਾ ਟਾਈਟਲ ਦੇਣਾ ਚਾਹੁੰਦਾ ਇਹਨਾਂ ਨੂੰ। ਤਾਂ ਹਜੇ ਲਈ ਆਪਣੇ ਲਕਸ਼ਦੀਪ ਤੇ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਐਡਮਿਨਿਸਟ੍ਰੇਟਰ ਦਾ ਟਾਈਟਲ ਮਿਲਿਆ ਹੋਇਆ। ਹੈਗੇ ਸਾਰੇ ਬਰਾਬਰ ਅਹੁਦੇ ਦੇ ਲੋਕ, ਮਤਲਬ ਜਿਹੜੇ ਵੀ ਯੂਟੀ ਦੇ ਹੈੱਡ ਹੈ ਉਹ ਇੱਕ ਦੂਜੇ ਨਾਲ ਬਰਾਬਰ ਅਹੁਦੇ ਦੇ ਆ। ਹੁਣ ਇਹ ਸਾਰੀਆਂ ਚੀਜ਼ਾਂ ਆਪਣੇ ਸੰਵਿਧਾਨ ਦੇ ਨਾ ਧਾਰਾ 240 ਦੇ ਅੰਦਰ ਇਹ ਸਭ ਕੁਝ ਲਿਖਿਆ ਹੋਇਆ ਕਿ ਰਾਸ਼ਟਰਪਤੀ ਕਾਨੂੰਨ ਬਣਾਊਗਾ, ਉਹਦੀ ਜ਼ਿੰਮੇਵਾਰੀ ਹੈ। ਇਹ ਸਭ ਕੁਝ 240 ਦੇ ਅੰਦਰ ਲਿਖਿਆ ਹੋਇਆ ਤੇ ਇਹਦੀ ਪੂਰੀ ਡਿਟੇਲ ਮੈਂ ਇੱਥੇ ਕਰੰਟ ਅਫੇਅਰ 240 ਦੀ ਪਾ ਵੀ ਦਿੱਤੀ ਆ। ਠੀਕ ਹੈ, ਆ ਸਾਰੇ ਜਿੱਥੇ ਜਿੱਥੇ 240 ਲੱਗਦਾ ਉਹਨਾਂ ਦਾ ਨਾਮ। ਪੁਡੂਚੇਰੀ 'ਚ ਪਹਿਲਾਂ ਲੱਗਦਾ ਹੁੰਦਾ ਸੀ, ਪਰ ਪੁਡੂਚੇਰੀ ਲਈ ਹੁਣ 239 ਇੱਕ ਅੱਡ ਧਾਰਾ ਬਣ ਚੁੱਕੀ ਆ ਤੇ ਉਹਦੇ ਅੰਦਰ ਹੁਣ ਰਾਸ਼ਟਰਪਤੀ ਦੀਆਂ ਥੋੜੀਆਂ ਪਾਵਰ ਤੇ ਸੀਮਾ ਲੱਗ ਗਈ ਹੈ, ਕਿਉਂਕਿ ਉੱਥੇ ਉਹਨਾਂ ਦੀ ਆਪਣੀ ਵਿਧਾਨ ਸਭਾ ਬਣ ਗਈ ਹੈ। ਠੀਕ ਹੈ, ਤੇ ਉਹਦੀ ਪੁਡੂਚੇਰੀ ਦੀ ਜਿਹੜੀ ਆਪਣੀ ਵਿਧਾਨ ਸਭਾ, ਜਿਵੇਂ ਹੁਣ ਦਿੱਲੀ ਸਭਾ ਹੈਗੀ ਆ ਉਵੇਂ ਉੱਥੇ ਵੀ ਸਭਾ ਹੈਗੀ ਆ, ਤਾਂ ਉਹ ਆਪਣੇ ਮੁਤਾਬਿਕ ਕਾਨੂੰਨ ਬਣਾਉਂਦੇ ਆ। ਠੀਕ ਹੈ, ਆਰਟੀਕਲ ਜੀ ਹਾਂਜੀ ਹਾਂਜੀ ਆਰਟੀਕਲ ਠੀਕ ਹੈ। ਠੀਕ ਹੈ, ਆਰਟੀਕਲ 240। ਹੁਣ ਤੁਹਾਡੀ ਗੱਲ ਕਰਦੇ ਆ 5G ਟੈਕਨੋਲੋਜੀ ਬਾਰੇ। ਹੁਣ ਅੱਜ ਕੱਲ ਜਿਵੇਂ ਤੁਸੀਂ 4G ਯੂਜ਼ ਕਰ ਰਹੇ ਹੋ, ਹੁਣ ਅਗਲੀ ਜਿਹੜੀ ਟੈਕਨੋਲੋਜੀ ਆ ਰਹੀ ਹੈ 5G। ਹੁਣ ਦੇਖੋ ਇਹ ਜਿਹੜੀ ਅੱਜ ਦੀ ਖਬਰ ਬਣੀ ਹੈ, ਤੁਹਾਡੇ ਜੂਹੀ ਚਾਵਲਾ ਨੇ ਹਾਈ ਕੋਰਟ 'ਚ ਕੇਸ ਕੀਤਾ ਕਿ 5G ਤਕਨੀਕ ਟੈਕਨੋਲੋਜੀ ਬਾਰੇ ਸਭ ਕੁਝ ਪੜ੍ਹਿਆ ਜਾਵੇ ਇਹਨੂੰ ਲਾਗੂ ਕਰਨ ਤੋਂ ਪਹਿਲਾਂ। ਇਹ ਸਾਰੀਆਂ ਚੀਜ਼ਾਂ ਚਲੋ ਇੱਕ ਤਾਂ ਪਬਲਿਸਿਟੀ ਸਟੰਟ ਹੈ ਕਿ ਖਬਰਾਂ 'ਚ ਆ ਜਾਾਂਗੇ। ਠੀਕ ਹੈ, ਹੁਣ ਪਤਾ ਹੀ ਹੈ ਇਸੇ ਲਈ ਕੇਸ ਕਰਦੇ ਕਿ ਬਸ ਖਬਰਾਂ 'ਚ ਆ ਜਾਾਂਗੇ। ਪਰ ਦੂਜੀ ਗੱਲ ਇਹ ਨਾ ਇੱਕ ਬਹੁਤ ਵੱਡੀ ਅਫਵਾਹਾਂ ਫੈਲੀਆਂ ਹੋਈਆਂ 5G ਬਾਰੇ, ਜਿਹਦੇ ਕਾਰਨ ਬਹੁਤ ਸਾਰੇ ਹਾਦਸੇ ਪੂਰੀ ਦੁਨੀਆ 'ਚ ਹੋ ਰਹੇ ਆ। ਇੱਕ ਪਹਿਲਾ ਤਾਂ ਅਫਵਾਹ ਇਹ ਫੈਲੀ ਹੋਈ ਹੈ ਕਿ ਜਿਹੜਾ 5G ਨੈਟ ਹੈ ਇਹਦੇ ਨਾਲ ਕਰੋਨਾ ਵਾਇਰਸ ਫੈਲਦਾ। ਠੀਕ ਹੈ, ਕਿ ਜਿੱਥੇ 5G ਦੇ ਟਾਵਰ ਲੱਗ ਜਾਂਦੇ ਉੱਥੇ ਕਰੋਨਾ ਫੈਲਣਾ ਸ਼ੁਰੂ ਹੋ ਜਾਂਦਾ। ਦੂਜੀ, ਜਿਵੇਂ ਅੱਜ ਕੱਲ ਬਹੁਤ ਹੀ ਹਨੇਰੀ ਤੂਫਾਨ ਬਹੁਤ ਸਾਰੀਆਂ ਚੀਜ਼ਾਂ ਆਉਣ ਲੱਗ ਗਈਆਂ, ਇਹਨੂੰ ਵੀ ਕਹਿ ਰਹੇ ਕਿਉਂਕਿ 5G ਦੀ ਟੈਸਟਿੰਗ ਸ਼ੁਰੂ ਹੋਈ ਹੈ ਤਾਂ ਹਨੇਰੀ ਤੂਫਾਨ ਇਸ ਲਈ ਆ ਰਹੇ ਆ। ਇਹ ਦੋਨੋਂ ਅਫਵਾਹਾਂ ਤੇ ਇਹ ਦੋਨੋਂ ਗਲਤ ਹੈ। ਤੂਫਾਨ ਇਸ ਲਈ ਆ ਰਹੇ ਆ ਕਿਉਂਕਿ ਆਪਾਂ ਜਿੰਨੀ ਆਪਣੀ ਧਰਤੀ ਤੇ ਗਰਮੀ ਵੱਧਦੀ ਜਾ ਰਹੀ ਹੈ, ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਹੈ, ਠੀਕ ਹੈ, ਜਿੰਨਾ ਆਪਾਂ ਪੋਲਿਊਸ਼ਨ ਕਰੀ ਜਾ ਰਹੇ ਹਾਂ, ਧੂਆਂ ਛੱਡ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਇਹਦੇ ਨਾਲ ਆਪਣੀ ਕੁਦਰਤ ਤੇ ਜਿਹੜਾ ਅਸਰ ਹੋ ਰਿਹਾ ਉਹਦੇ ਕਾਰਨ ਹਰ ਸਾਲ ਤੂਫਾਨ ਹੋਰ ਖਤਰਨਾਕ ਹੁੰਦੇ ਜਾਣਗੇ।
ਇਹ ਤਾਂ ਬਹੁਤ ਸਾਲਾਂ ਤੋਂ ਬੋਲਿਆ ਜਾ ਰਿਹਾ ਕਿ ਆਪਾਂ ਨੂੰ ਇਸ ਚੀਜ਼ ਦੀ ਵੀ ਤਿਆਰੀ ਕਰਨੀ ਪੈਣੀ ਹੈ ਕਿ ਜਦ ਤੱਕ ਆਪਾਂ ਆਪਣਾ ਇਹ ਸਾਰਾ ਪੋਲਿਊਸ਼ਨ ਨਹੀਂ ਸੰਭਾਲ ਪਾਉਂਦੇ, ਨਹੀਂ ਥੱਲੇ ਲਿਆ ਪਾਉਂਦੇ, ਉਨੀ ਦੇਰ ਤੱਕ ਆਪਾਂ ਨੂੰ ਤੂਫਾਨਾਂ ਲਈ ਤਿਆਰ ਰਹਿਣਾ ਪਊਗਾ। ਹੋਰ ਜ਼ਿਆਦਾ ਹੜ੍ਹ, ਹੋਰ ਜ਼ਿਆਦਾ ਹਨੇਰੀ ਤੂਫਾਨ, ਸਭ ਕੁਝ ਮਤਲਬ ਵੱਧਦਾ ਹੀ ਜਾਊਗਾ। ਠੀਕ ਹੈ, ਤਾਂ ਇਹ ਚੀਜ਼ਾਂ ਵਧਣਗੀਆਂ ਹੀ ਵਧਣਗੀਆਂ। ਤਾਂ ਲੋਕਾਂ 'ਚ ਇਹ ਨਾਲ ਹੋਇਆ ਕੀ ਹੈ, ਲੋਕਾਂ ਨੇ ਹੁਣ ਜਦੋਂ ਇਹ, ਕਿਉਂਕਿ WhatsApp ਤੇ ਅੱਜ ਕੱਲ੍ਹ ਚੀਜ਼ਾਂ ਫੈਲਾਉਣੀਆਂ ਬਹੁਤ ਆਸਾਨ ਹੈ, ਤਾਂ ਲੋਕੀ ਇਹ ਚੀਜ਼ਾਂ ਜੋ ਫੈਲਾ ਦਿੰਦੇ ਆ, ਹੁੰਦਾ ਕੀ ਹੈ ਕਿ ਜਿਹੜੇ ਵੀ ਪਿੰਡ ਸ਼ਹਿਰ ਕਿਤੇ ਵੀ ਤੁਹਾਡੇ ਆਹ 5G ਦੇ ਟਾਵਰ ਲੱਗ ਰਹੇ ਆ ਨਾ, ਲੋਕਾਂ ਨੇ ਕੀ ਕੀਤਾ ਹੈ, ਲੋਕਾਂ ਨੇ ਉਹ ਟਾਵਰ ਨੂੰ ਜਾਂ ਤੋੜਤਾ, ਅੱਗ ਲਾਤੀ, ਖਤਮ ਕਰਤਾ, ਇਹੀ ਅਫਵਾਹਾਂ ਕਰਨ। ਤਾਂ ਇਹੀ ਜੂਹੀ ਚਾਵਲਾ ਨੇ ਵੀ ਇਹ WhatsApp ਮੈਸੇਜ ਪੜ੍ਹੇ ਹੋਣੇ, ਤਾਂ ਹੀ ਉਹ ਕੋਡ ਚਲੇ ਗਏ। ਠੀਕ ਹੈ, ਤਾਂ ਇਹਦੇ ਲਈ ਆਪਣਾ ਜਿਹੜਾ ਪੇਪਰਲੀ ਚੀਜ਼ ਬਣਦੀ ਹੈ ਹੁਣ, ਇਹ 5G ਹੈ ਕੀ, ਆ ਜੀ ਹੁੰਦਾ ਕੀ ਹੈ, ਹਰ ਚੀਜ਼ ਦੇ ਪਿੱਛੇ 4G 5G, ਇਹ 2G 3G, ਇਹ ਹੈ ਕੀ? ਜੀ ਦਾ ਮਤਲਬ ਹੁੰਦਾ ਹੈ ਜਨਰੇਸ਼ਨ। ਜਨਰੇਸ਼ਨ, ਜੀ ਦਾ ਮਤਲਬ ਹੈ ਜਨਰੇਸ਼ਨ, ਯਾਨੀ ਕਿ ਪੀੜ੍ਹੀ ਕੀ ਹੈ। ਇਹ ਫੋਨ ਦੀਆਂ ਕਿਹੜੀ ਪੀੜ੍ਹੀਆਂ, ਮਤਲਬ ਪੂਰੀ ਪੀੜ੍ਹੀਆਂ, ਜਨਰੇਸ਼ਨ ਆ ਪੂਰੀਆਂ, ਕਿਹੜੀਆਂ ਪੀੜ੍ਹੀਆਂ। ਦੇਖੋ ਇਹ ਕਿਹੜੀ, ਮਤਲਬ ਕਿਹੜੀ ਪੀੜ੍ਹੀ ਦੀ ਗੱਲ ਹੋ ਰਹੀ ਹੈ, ਕਿਹੜੀ ਪੀੜ੍ਹੀਆਂ ਦੀ ਗੱਲ ਹੋ ਰਹੀ ਹੈ। ਜਿਵੇਂ ਜਦੋਂ ਸਭ ਤੋਂ ਪਹਿਲਾਂ ਮੋਬਾਈਲ ਆਏ ਸੀਗੇ, ਉਹਨਾਂ ਨੂੰ ਕਹਿੰਦੇ ਆ 1G। ਜਦੋਂ ਦੁਨੀਆ 'ਚ ਸਭ ਤੋਂ ਪਹਿਲਾਂ ਮੋਬਾਈਲ ਫੋਨ ਹਜੇ ਆਏ ਹੀ ਸੀ, ਉਹ ਮੋਬਾਈਲ ਫੋਨਾਂ ਤੋਂ ਕੁਝ ਜ਼ਿਆਦਾ ਨਹੀਂ ਹੋ ਸਕਦਾ ਸੀ, ਸਿਰਫ ਫੋਨ ਹੀ ਹੋ ਸਕਦੇ ਸੀ। ਠੀਕ ਹੈ, ਬਸ ਨੰਬਰ ਡਾਇਲ ਕਰੋ, ਕਾਲ ਮਿਲਾਓ, ਸਿਰਫ ਉਨਾ ਹੀ ਕੰਮ ਹੋ ਸਕਦਾ ਸੀ, ਹੋਰ ਕੁਝ ਨਹੀਂ ਹੋ ਸਕਦਾ ਸੀ। ਪਰ ਉਹ ਵੀ ਇੱਕ ਆਪਣੇ ਆਪ 'ਚ ਬਹੁਤ ਵੱਡੀ ਉਪਲਬਧੀ ਸੀ, ਕਿਉਂਕਿ ਤੁਸੀਂ ਕਿਤੋਂ ਦੀ ਵੀ ਹੁਣ ਕਿਸੇ ਨੂੰ ਵੀ ਕਾਲ ਮਿਲਾ ਸਕਦੇ ਹੋ। ਉਹ ਚੀਜ਼ ਨੂੰ ਮੰਨਿਆ ਗਿਆ ਕਿ 1G ਹੈ, ਪਹਿਲੀ ਜਨਰੇਸ਼ਨ ਹੈ। ਠੀਕ ਹੈ, ਉਸ ਤੋਂ ਬਾਅਦ 2G ਆਇਆ। 2G ਦੇ ਅੰਦਰ ਹੁਣ ਤੁਸੀਂ ਫੋਨ ਤੇ SMS, ਇਹ ਦੋਨੋਂ ਚੀਜ਼ਾਂ ਕਰ ਸਕਦੇ, ਮਤਲਬ ਫੋਨ ਵੀ ਤੇ ਇੱਕ ਆਪਾਂ ਜਿਹੜੇ ਮੈਸੇਜ ਕਰਨੇ ਸ਼ੁਰੂ ਕੀਤੇ ਸੀ, ਉਹ 2G ਵਿੱਚ ਆਇਆ। ਹੁਣ 3G ਆਇਆ, ਫਿਰ 3G ਵਿੱਚ ਜਿਹੜੇ ਹੁਣ ਤੁਹਾਡੇ 3G ਵਿੱਚ ਹੁਣ ਤੁਹਾਡਾ ਇੱਕ ਤਰੀਕੇ ਨਾਲ ਇੰਟਰਨੈਟ ਆਣਾ ਸ਼ੁਰੂ ਹੋ ਗਿਆ। 3G ਵਿੱਚ ਤੁਹਾਡਾ ਹੁਣ ਇੰਟਰਨੈਟ ਆਣਾ ਸ਼ੁਰੂ ਹੋ ਗਿਆ। ਹੁਣ ਇੰਟਰਨੈਟ ਵਿੱਚ ਕੀ ਹੈ ਕਿ ਹੁਣ ਤੁਸੀਂ ਲੋਕਾਂ ਨੂੰ ਫੋਟੋ ਜਾਂ ਵੀਡੀਓ ਵਰਗੀਆਂ ਚੀਜ਼ਾਂ ਭੇਜ ਸਕਦੇ ਸੀ, ਕੋਈ ਨੈਟ ਤੇ ਦੇਖਣਾ ਚਾਹੁੰਦੇ ਹੋ ਦੇਖ ਸਕਦੇ ਸੀ। ਠੀਕ ਹੈ, ਮਤਲਬ ਕੋਈ ਵੀ ਜਿਹੜਾ ਵੀ ਤੁਹਾਡਾ ਮਲਟੀਮੀਡੀਆ ਦਾ ਸਮਾਨ ਆ, ਚਾਹੇ ਫੋਟੋ ਹੋਣ ਚਾਹੇ ਇਹ ਹੋਣ, ਉਹ ਸਾਰੀ ਇਹਦੇ ਥਰੂ ਭੇਜ ਸਕਦੇ ਸੀ। ਇਹ ਹੋ ਗਈ ਤੁਹਾਡੀ ਅਗਲੀ ਜਨਰੇਸ਼ਨ। ਪਰ ਇਹ ਹੁਣ 3G 'ਚ ਤਕਲੀਫ ਕੀ ਸੀ, ਹੁਣ ਸਾਰੀਆਂ ਚੀਜ਼ਾਂ ਭੇਜ ਤਾਂ ਸਕਦੇ ਹੋ, ਦੇਖ ਤਾਂ ਸਕਦੇ ਹੋ, ਪਰ ਇਹ ਨੈਟ ਬਹੁਤ ਸਲੋ ਚੱਲਦਾ, ਬਹੁਤ ਟਾਈਮ ਲੱਗੂਗਾ ਲੋਡ ਹੋਣ 'ਚ, ਸਭ ਕੁਝ ਹੋਣ 'ਚ, ਭੇਜਣ 'ਚ ਵੀ ਬਹੁਤ ਟਾਈਮ ਲੱਗੂਗਾ, ਕਿਸੇ ਨੂੰ ਦੇਖਣ 'ਚ ਵੀ ਬਹੁਤ ਟਾਈਮ ਲੱਗੂਗਾ। ਇਸੇ ਲਈ ਆਇਆ ਫਿਰ 4G, ਜਿਹੜਾ ਇਸ ਟਾਈਮ ਤੁਸੀਂ ਯੂਜ਼ ਕਰ ਰਹੇ ਹੋ। ਇਹਨੇ ਕੀ ਕੀਤਾ, ਜਿਹੜੀ ਤੁਹਾਡੀ ਇੰਟਰਨੈਟ ਦੀ ਸਪੀਡ ਹੈ ਨਾ, ਠੀਕ ਹੈ, ਉਹਨੂੰ ਵਧਾਤਾ। ਹੁਣ ਤੁਹਾਡੀ ਜ਼ਿਆਦਾ ਤੋਂ ਜ਼ਿਆਦਾ 1 GB ਪਰ ਸੈਕਿੰਡ ਦੀ ਸਪੀਡ ਤੁਸੀਂ ਹਾਸਲ ਕਰ ਸਕਦੇ ਹੋ। ਠੀਕ ਹੈ, 4G ਦੀ ਮੈਕਸਿਮਮ ਸਪੀਡ ਇਸ ਟਾਈਮ ਆਹ 1 GB ਪਰ ਸੈਕਿੰਡ ਦੀ ਸਪੀਡ ਹਾਸਲ ਕਰ ਸਕਦੇ ਹੋ। 1 GB ਪਰ ਸੈਕਿੰਡ ਬਹੁਤ ਹੀ ਤੇਜ਼ ਸਪੀਡ ਹੈ, ਯਾਨੀ ਕਿ ਮਤਲਬ 4G ਵੀ ਇਹ ਬਹੁਤ ਤੇਜ਼ ਸਪੀਡ ਹੈ। ਪਰ ਹੁਣ ਜਿਹੜੀ ਅਗਲੀ ਜਨਰੇਸ਼ਨ ਆ ਰਹੀ ਹੈ 5G, ਇਹ ਸਪੀਡ ਨੂੰ ਲੈ ਕੇ ਜਾ ਰਹੀ ਹੈ 10 GB ਪਰ ਸੈਕਿੰਡ ਤੇ। 10 GB ਇਦਾਂ ਦੀ ਸਪੀਡ ਹੋਊਗੀ ਕਿ ਹਜੇ ਤੁਸੀਂ ਕਿਸੇ ਚੀਜ਼ ਤੇ ਬਸ ਕਲਿੱਕ ਹੀ ਕੀਤਾ, ਉਹ ਨਾਲ ਦੀ ਨਾਲ, ਮਤਲਬ ਚਲੋ ਇੱਕ ਮੂਵੀ ਤੁਸੀਂ ਆਨਲਾਈਨ ਦੇਖਣ ਲੱਗੇ, ਤੁਸੀਂ ਉਸ ਮੂਵੀ ਤੇ ਬਸ ਕਲਿੱਕ ਹੀ ਕੀਤਾ, ਉਹ ਮੂਵੀ ਪੂਰੀ ਲੋਡ ਹੋ ਚੁੱਕੀ ਹੋਊਗੀ, 4K ਜਾਂ HD ਕੁਆਲਿਟੀ ਵਿੱਚ ਅਵੇਲੇਬਲ ਹੋਊਗੀ। ਤੁਹਾਨੂੰ 1 ਸੈਕਿੰਡ ਦੀ ਵੀ ਵੇਟ ਕਰਨ ਦੀ ਲੋੜ ਨਹੀਂ। ਮਤਲਬ ਉਹ ਤੁਸੀਂ ਇਹ ਲਗਾ ਲਓ ਕਿ ਜਿਵੇਂ ਹੁਣ ਤੁਸੀਂ ਕਲਿੱਕ ਕੀਤਾ, ਤੁਹਾਡੇ ਸਾਹਮਣੇ ਸਮਾ, ਇਦਾਂ ਵੀ ਨਹੀਂ ਹੋਊਗਾ ਕਿ ਪੇਜ ਲੋਡ ਹੋਣ 'ਚ ਟਾਈਮ ਲੱਗ ਰਿਹਾ, ਤੁਹਾਨੂੰ ਨਾਲ ਦੀ ਨਾਲ ਉਹ ਚੀਜ਼ ਦਿਖਣੀ ਸ਼ੁਰੂ ਹੋ ਜਾਊਗੀ। ਜਿਵੇਂ ਆਪਾਂ ਵੈਸੇ ਹੀ ਜਿਵੇਂ ਫੋਨ ਤੇ ਬੈਕ ਤੇ ਅੱਗੇ ਜਾਂਦੇ ਆ, ਸਕਰੀਨ ਅੱਗੇ ਪਿੱਛੇ ਕਰਦੇ ਆ, ਉਦਾਂ ਦਾ ਤੁਹਾਨੂੰ ਨੈਟ ਤੇ ਐਕਸਪੀਰੀਅੰਸ ਮਿਲਣ ਲੱਗ ਜਾਊਗਾ, ਇੰਨੀ ਤੇਜ਼ ਸਪੀਡ। ਹੁਣ ਇਹ ਇੰਨੀ ਤੇਜ਼ ਸਪੀਡ ਆਪਾਂ ਕਰਨੀ ਕੀ ਹੈ? ਦੇਖੋ, ਆਪਾਂ ਹੁਣ ਜਿਹੜਾ ਅਗਲਾ ਰੈਵੋਲੂਸ਼ਨ ਆ ਰਿਹਾ, ਜਿਹੜੇ ਦੁਨੀਆ 'ਚ ਅਗਲਾ ਚੇਂਜ ਆ ਰਿਹਾ, ਉਹ 'ਚ ਆਪਾਂ ਕਰ ਕੀ ਰਹੇ ਹਾਂ? ਜਿੰਨੀਆਂ ਵੀ ਆਪਣੀਆਂ ਚੀਜ਼ਾਂ, ਜਿਵੇਂ ਗੱਡੀਆਂ ਹੋ ਗਈਆਂ, ਕੋਈ ਵੀ ਚੀਜ਼ਾਂ ਹੋ ਗਈਆਂ, ਇਹ ਸਾਰੀ ਚੀਜ਼ਾਂ ਨੂੰ ਆਪਾਂ ਇੰਟਰਨੈਟ ਨਾਲ ਜੋੜ ਰਹੇ ਹਾਂ। ਠੀਕ ਹੈ, ਇਹਨੂੰ ਇੰਗਲਿਸ਼ 'ਚ ਕਹਿੰਦੇ ਇੰਟਰਨੈਟ ਆਫ ਥਿੰਗਸ। ਇਹਦੇ ਵਿੱਚ ਹੋਊਗਾ ਕਿ ਜਿੰਨੀਆਂ ਵੀ ਤੁਹਾਡੀਆਂ ਚੀਜ਼ਾਂ, ਜਿੰਨੇ ਵੀ ਤੁਹਾਡਾ ਕੋਈ ਫ੍ਰਿਜ ਹੋ ਗਿਆ, ਤੁਹਾਡਾ
ਕੋਈ ਵੀ ਮਤਲਬ ਜਿੰਨਾ ਵੀ ਘਰ ਦਾ ਸਮਾਨ ਲਗਾਓ, ਪਰਦੇ ਤੋਂ ਲੈ ਕੇ ਗੀਜ਼ਰ ਤੋਂ ਲੈ ਕੇ ਕਾਰ ਤੋਂ ਲੈ ਕੇ ਹਰ ਚੀਜ਼ ਵਿੱਚ ਇੱਕ ਟਾਈਮ ਤੇ ਨਾ ਇੰਟਰਨੈਟ ਆ ਜਾਊਗਾ। ਉਹ ਮਤਲਬ ਤੁਹਾਡੇ ਘਰ ਦੇ ਵਾਈਫਾਈ ਨਾਲ ਕਨੈਕਟ ਹੋਣਗੀਆਂ ਤੇ ਉਹ ਇੰਟਰਨੈਟ ਨਾਲ ਕਨੈਕਟ ਹੋ ਜਾਇਆ ਕਰਨਗੀਆਂ। ਇਹਦੇ ਨਾਲ ਹੋਊਗਾ ਕਿ ਹਰ ਚੀਜ਼ ਹਰ ਇੱਕ ਮਤਲਬ ਕੋਈ ਵੀ ਤੁਹਾਡਾ ਫ੍ਰਿਜ ਜਿਹੜਾ ਹੈਗਾ ਉਹ ਕਿਸੇ ਹੋਰ ਜਿਹੜਾ ਤੁਹਾਡਾ ਹੋਰ ਕਿਚਨ 'ਚ ਕੋਈ ਸਮਾਨ ਪਿਆ, ਮਿਕਸੀ ਪਈ ਆ, ਕੁਝ ਵੀ ਪਿਆ, ਉਹ ਆਪਸ 'ਚ ਕਦੀ ਵੀ ਕੋਆਰਡੀਨੇਟ ਕਰ ਸਕਦੇ, ਕਦੀ ਵੀ ਇੱਕ ਦੂਜੇ ਨੂੰ ਮੈਸੇਜ ਭੇਜ ਸਕਦੇ ਆ। ਉਹ ਕਿੱਦਾਂ ਦੇ ਮੈਸੇਜ ਹੋਣਗੇ, ਤੁਸੀਂ ਫਿਰ ਆਪਣੀ ਪੂਰਾ ਜਿਹੜਾ ਵੀ ਤੁਹਾਡਾ ਰੁਝੇਵਾਂ ਹੋਊਗਾ ਉਹ ਤੁਸੀਂ ਪੂਰੇ ਦਾ ਪੂਰਾ ਉਹਦੇ ਅੰਦਰ ਪਾ ਸਕਦੇ ਹੋ ਕਿ ਤੁਸੀਂ ਇੰਨੇ ਵਜੇ ਉੱਠਦੇ ਹੋ, ਇੰਨੇ ਵਜੇ ਤੁਹਾਨੂੰ ਬ੍ਰੇਕਫਾਸਟ ਚਾਹੀਦਾ, ਇੰਨੇ ਵਜੇ ਤੁਹਾਨੂੰ ਗਰਮ ਪਾਣੀ ਨਹਾਉਣ ਲਈ ਚਾਹੀਦਾ, ਇੰਨੇ ਵਜੇ ਤੁਸੀਂ ਆਫਿਸ ਜਾਣਾ ਹੈ, ਇੰਨੇ ਵਜੇ ਤੁਸੀਂ ਵਾਪਸ ਆਣਾ ਹੈ, ਆਫਿਸ ਤੁਹਾਡਾ ਕਿੱਥੇ ਹੈ, ਤੁਸੀਂ ਸਾਰੀ ਇਨਫੋਰਮੇਸ਼ਨ ਕੰਪਿਊਟਰ 'ਚ ਪਾਤੀ। ਤੁਹਾਡੇ ਘਰ ਨੂੰ ਤੇ ਜਿਹੜਾ ਤੁਹਾਡੇ ਘਰ ਦੇ ਅੰਦਰ ਜਿਹੜਾ ਸਭ ਤੋਂ ਮੇਨ ਸਿਸਟਮ ਲੱਗਿਆ ਹੋਊਗਾ ਉਹਨੂੰ ਪਹਿਲਾਂ ਹੀ ਪਤਾ ਹੋਊਗਾ ਤੁਸੀਂ 7 ਵਜੇ ਜੇ ਉੱਠ ਰਹੇ ਹੋ, ਠੀਕ ਹੈ, ਤੁਹਾਨੂੰ 7 ਵਜੇ ਤੋਂ ਪਹਿਲਾਂ ਮਤਲਬ ਪਾਣੀ ਗਰਮ ਕਰਕੇ ਦੇਣਾ ਹੈ, ਤਾਂ ਗੀਜ਼ਰ ਉਹ ਤੁਹਾਡਾ 6:30 ਵਜੇ ਹੀ ਔਨ ਹੋ ਜਾਊਗਾ। ਤਾਂ ਯਾਨੀ ਕਿ 6 ਜੋ 7 ਵਜੇ ਉੱਠੇ ਤੁਹਾਨੂੰ ਗਰਮ ਪਾਣੀ ਮਿਲੂ। ਉਸ ਤੋਂ ਬਾਅਦ ਉਹਨੂੰ ਇਹ ਅੰਦਾਜ਼ਾ ਹੋਊਗਾ ਤੁਹਾਡੇ ਗੀਜ਼ਰ ਦੇ ਹਰ ਚੀਜ਼ ਦੇ ਟਾਈਮ ਨਾਲ ਕਿ ਤੁਸੀਂ 7:30 ਤੱਕ ਨਹਾ ਕੇ ਬਾਹਰ ਆ ਜਾਂਦੇ ਹੋ। 7:30 ਵਜੇ ਤੁਹਾਡੇ ਮਤਲਬ ਉਸ ਟਾਈਮ ਦੇ ਹੁਣ ਅੱਗੇ ਤਾਂ ਇਹ ਵੀ ਸੋਚਿਆ ਜਾ ਰਿਹਾ ਕਿ ਤੁਹਾਡੇ ਕੱਪੜੇ ਵੀ ਪ੍ਰੈਸ ਹੋ ਕੇ ਤਿਆਰ ਹੋਣਗੇ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਤਿਆਰ ਹੋ ਕੇ 8 ਵਜੇ ਬ੍ਰੇਕਫਾਸਟ ਲਈ ਜਾਂਦੇ ਹੋ, ਬ੍ਰੇਕਫਾਸਟ ਤੁਹਾਡਾ ਪਹਿਲਾਂ ਹੀ ਮਸ਼ੀਨਾਂ ਨੇ ਬਣਾ ਕੇ ਰੱਖਿਆ ਹੋਊਗਾ। ਇਹ ਫਿਊਚਰ ਹੈ, ਹਜੇ ਸੋਚਣ 'ਚ ਲੱਗਦਾ ਇਹ ਕਿੱਦਾਂ ਹੋ ਸਕਦਾ, ਪਰ ਇਹ ਐਕਚੁਅਲੀ ਜਿਹੜੀ ਚੀਜ਼ ਹੈਗੀ ਹੈ ਦੁਨੀਆ 'ਚ ਬਹੁਤ ਪੈਸਾ ਲੱਗ ਰਿਹਾ ਇਹਦੀ ਰਿਸਰਚ ਤੇ ਇਹ ਚੀਜ਼ ਤੁਸੀਂ ਆਉਣ ਵਾਲੇ 10 ਸਾਲ 'ਚ ਦੇਖ ਲਓਗੇ। ਇਹ ਚੀਜ਼ ਹਕੀਕਤ ਹੋਊਗੀ ਅਗਲੇ 10 ਸਾਲ 'ਚ, ਠੀਕ ਹੈ। 2030 ਤੱਕ ਇਹ ਦੁਨੀਆ ਦੀ ਹਕੀਕਤ ਹੈ। ਇਹ 'ਚ ਕੀਤਾ ਕੀ ਜਾ ਰਿਹਾ ਕਿ ਜਿੰਨੇ ਇਨਸਾਨਾਂ ਲਈ ਕੰਮ ਨਹੀਂ ਹੈ ਉਹ ਸਾਰੇ ਖਤਮ ਕੀਤੇ ਜਾ ਰਹੇ। ਮਤਲਬ ਇਹ ਸੋਚਿਆ ਜਾ ਰਿਹਾ ਕਿ ਕਿਹੜੇ ਕਿਹੜੇ ਕੰਮ ਵਿੱਚ, ਦੇਖੋ ਇਨਸਾਨ ਲਈ ਸਭ ਤੋਂ ਵੱਡੀ ਤਾਕਤ ਹੈ ਆਪਣਾ ਦਿਮਾਗ, ਠੀਕ ਹੈ। ਤੇ ਇਹ ਜਿੰਨੇ ਵੀ ਕੰਮ ਹੈ ਜਿਹੜੇ ਆਪਾਂ ਜਿੱਥੇ ਵੈਸੇ ਹੀ ਆਪਣਾ ਸਮਾਂ ਗਵਾਉਂਦੇ ਆ ਜਾਂ ਆਪਣੇ ਲੋਕ ਫਾਲਤੂ ਜੋ ਕੰਮਾਂ 'ਚ ਲੱਗੇ ਹੋਏ ਆ ਉਹ ਸਾਰਾ ਕੰਮ ਖਤਮ ਕਰ ਦਿੱਤਾ ਜਾਵੇ, ਠੀਕ ਹੈ। ਤੇ ਫਿਰ ਇਨਸਾਨੀ ਦਿਮਾਗ ਸਾਰਾ ਟਾਈਮ ਕਿਸੇ ਪ੍ਰੋਡਕਟਿਵ ਚੀਜ਼ 'ਚ ਲੱਗੇ। ਪਰ ਹੁੰਦਾ ਕੀ ਆਪਣੇ ਜ਼ਿਆਦਾਤਰ ਸੋਸ਼ਲ ਮੀਡੀਆ ਨੇ ਖਰਾਬ ਕਰਤੇ, ਬਸ ਉਹ ਤੇ ਫਿਰ ਵਿਹਲੇ ਬੈਠੇ ਰਹਿੰਦੇ ਆ। ਪਰ ਆਪਾਂ ਨੂੰ ਇਸ ਲਈ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਠੀਕ ਹੈ। 5G ਹੋਊਗਾ, ਕਲੀਅਰ ਹੈ? ਕੋਈ ਵੀ ਡਾਊਟ ਇੱਥੇ? ਹੁਣ ਜਿਹੜੀ ਅਗਲਾ ਹੈਗਾ ਇਹ ਆਪਣੇ ਭਾਰਤ ਵਿੱਚ ਕੋਲਾ ਕਿੱਥੇ ਕਿੱਥੇ ਮਿਲਦਾ ਉਹਦੇ ਬਾਰੇ ਜਿਹੜਾ ਕਰੰਟ ਅਫੇਅਰ ਆਇਆ ਹੋਇਆ ਉਹ ਆ। ਦੇਖੋ ਹੁਣ ਜਿਹੜਾ ਆਪਣਾ ਭਾਰਤ ਵਿੱਚ ਕੋਲਾ ਨਾ, ਹੁਣ ਭਾਰਤ ਵਿੱਚ ਕੋਲੇ ਦੀ ਕਮੀ ਨਹੀਂ ਹੈ ਇਦਾਂ ਤਾਂ, ਠੀਕ ਹੈ। ਹੁਣ ਆਪਣੇ ਭਾਰਤ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ, ਪਰ ਤਕਲੀਫ ਕੀ ਹੈ ਹੁਣ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ, ਤੁਸੀਂ ਜਿਓਗ੍ਰਾਫੀ ਵਿੱਚ ਵੀ ਪੜੋਗੇ। ਕੋਲਾ ਜਿਹੜਾ ਹੁੰਦਾ ਨਾ ਇਹ 3 ਪ੍ਰਕਾਰ ਦਾ ਹੁੰਦਾ। ਇੱਕ ਹੁੰਦਾ ਐਂਥਰਾਸਾਈਟ, ਐਂਥਰਾਸਾਈਟ, ਇੱਕ ਹੁੰਦਾ ਬਿਟੂਮਿਨਸ ਤੇ ਤੀਜਾ ਹੁੰਦਾ ਲਿਗਨਾਈਟ। ਐਂਥਰਾਸਾਈਟ, बिटुमिनस, ओहो मैं फिर पंजाबी लिखता इंग्लिश लिखना से, बिटुमिनस ते तीजा हैगा लिग्नाइट। ये 3 टाइप ਦਾ ਆਪਣਾ ਕੋਲਾ ਹੁੰਦਾ। ਦੇਖੋ ਆਪਾਂ ਮਤਲਬ ਵੈਸੇ ਤਾਂ ਹੁੰਦਾ 4 ਟਾਈਪ ਦਾ, ਪਰ ਇਹ 3 ਟਾਈਪ ਵਿੱਚ ਆਪਾਂ ਹਮੇਸ਼ਾ ਇਸ ਚੀਜ਼ ਨੂੰ ਪੜ੍ਹਦੇ ਆ। ਹੁਣ ਇਹ ਹੁੰਦਾ ਕੀ ਆ, ਇਹ 3 ਜਿਹੜੇ ਪ੍ਰਕਾਰ ਹੈਗੇ ਆ, ਮਤਲਬ ਇੱਕ ਚੌਥਾ ਹੋਰ ਵੀ ਹੁੰਦਾ, ਪਰ ਆਪਣੇ ਭਾਰਤ ਲਈ ਇਹ 3 ਸਭ ਤੋਂ ਜ਼ਰੂਰੀ ਆ। ਇਹਨਾਂ ਨੂੰ ਆਪਾਂ ਜਿਹੜਾ ਹੈ 3 ਹਿੱਸਿਆਂ ਵਿੱਚ ਵੰਡੇ, ਕਿਸ ਚੀਜ਼ ਦੇ ਉਹਦੇ ਉੱਤੇ ਬਣਦੇ, ਇਹਨੂੰ ਆਪਾਂ ਵੰਡਦੇ ਹਮੇਸ਼ਾ ਕਾਰਬਨ ਇਹਨਾਂ ਦੇ ਅੰਦਰ ਕਿੰਨੀ ਆ, ਇਹਨਾਂ ਦੇ ਅੰਦਰ ਕਾਰਬਨ ਦੀ ਪਰਸੈਂਟੇਜ ਕਿੰਨੀ ਆ, ਕਿੰਨਾ ਕਾਰਬਨ ਹੈ ਇਹਨਾਂ ਦੇ ਅੰਦਰ। ਦੇਖੋ ਜਿੰਨਾ ਕਾਰਬਨ ਹੋਊਗਾ ਉਨਾ ਹੀ ਉਹ ਧੂਆਂ ਘੱਟ ਕਰਨਗੇ ਤੇ ਉਨੀ ਹੀ ਜ਼ਿਆਦਾ એનર્ਜੀ ਪ੍ਰੋਡਿਊਸ ਕਰਨਗੇ, ਤਾਂ ਉਹਨੂੰ ਚੰਗਾ ਮੰਨਿਆ ਜਾਂਦਾ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਕਰ ਪਾਊਗਾ। ਦੂਜੇ ਪਾਸੇ
ਬਿਟੂਮਿਨਸ ਜਿਹੜਾ ਹੈਗਾ, ਮਤਲਬ ਇਹਨਾਂ ਵਿੱਚ ਕੀ ਹੈ ਫਿਰ, ਐਂਥਰਾਸਾਈਡ ਜਿਹੜਾ ਹੈਗਾ ਇਹਨੂੰ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ, ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਲਿਗਨਾਈਟ ਸਭ ਤੋਂ ਗੰਦੀ ਕੁਆਲਿਟੀ ਦਾ ਮੰਨਿਆ ਜਾਂਦਾ ਹੈ, ਇਹ ਸਭ ਤੋਂ ਗੰਦੀ ਕੁਆਲਿਟੀ ਹੈ, ਕਿਉਂਕਿ ਇਹਦੇ ਅੰਦਰ ਫਿਰ ਹੁਣ ਆਪਣੇ ਭਾਰਤ ਵਿੱਚ ਹੈ ਕਿ ਹੁਣ ਤਕਲੀਫ ਕੀ ਹੈ, ਆਪਣੇ ਕੋਲੇ ਕੋਲਾ ਤਾਂ ਬਹੁਤ ਹੈ ਪਰ ਆਪਣੇ ਕੋਲੇ ਜ਼ਿਆਦਾਤਰ ਨਾ ਲਿਗਨਾਈਟ ਦਾ ਹੀ ਹੈ। ਹੁਣ ਇਹਦੇ ਨਾਲ ਤਕਲੀਫ ਕੀ ਹੁੰਦੀ ਹੈ ਕਿ ਆਪਣਾ ਕੋਲਾ, ਹੁਣ ਜਿਹੜਾ ਗੰਦੀ ਕੁਆਲਿਟੀ ਦਾ ਕੋਲਾ ਨਾ, ਇਹ ਨਾ ਤੁਹਾਡੇ ਜਿਹੜੇ ਆ ਥਰਮਲ ਪਾਵਰ ਪਲਾਂਟ ਹੈ ਇਹਨਾਂ 'ਚ ਵਰਤਿਆ ਜਾ ਸਕਦਾ, ਠੀਕ ਹੈ, ਕਿਉਂਕਿ ਉਹ ਚੰਗੀ ਤਰ੍ਹਾਂ ਫਿਰ ਕੰਮ ਨਹੀਂ ਕਰਦੇ। ਤੇ ਇਹਦੇ ਲਈ ਆਪਾਂ ਨੂੰ ਜ਼ਿਆਦਾਤਰ ਕੋਲਾ ਫਿਰ ਬਾਹਰੋਂ ਮੰਗਾਉਣਾ ਪੈਂਦਾ। ਪਰ ਇਦਾਂ ਨਹੀਂ ਹੈ ਕਿ ਆਪਾਂ ਆਪਣੇ ਭਾਰਤ ਵਿੱਚ ਕੋਲਾ ਖਨਨ ਕਰਦੇ ਹੀ ਨਹੀਂ ਹੈ, ਮਤਲਬ ਉਹਦੀ ਮਾਈਨਿੰਗ ਕਰਦੇ ਹੀ ਨਹੀਂ ਹੈ, ਠੀਕ ਹੈ, ਉਹਦੀ ਮਾਈਨਿੰਗ ਆਪਾਂ ਕਰਦੇ ਹੀ ਨਹੀਂ ਹੈ। ਭਾਰਤ ਵਿੱਚ ਮਾਈਨਿੰਗ ਹੁੰਦੀ ਹੈ ਕੋਲੇ ਦੀ, ਪਰ ਉਹ ਫਿਰ ਛੋਟੇ-ਮੋਟੇ ਕੰਮਾਂ ਲਈ ਯੂਜ਼ ਕੀਤਾ ਜਾਂਦਾ, ਜਿਵੇਂ ਆਪਣੇ ਸਰਦੀਆਂ ਵਿੱਚ ਜਿਹੜੇ ਵਿਆਹ 'ਚ ਹੁੰਦੇ ਆ, ਉਹ ਦੇਖਿਓ ਕੋਲੇ ਆਮ ਧੂਆਂ ਬਹੁਤ ਕਰਦੇ ਆ, ਠੀਕ ਹੈ। ਵੈਸੇ ਵੀ ਆਪਾਂ ਜਿਹੜੇ ਮਾਰਕੀਟ 'ਚ ਵੀ ਮਿਲਦੇ ਆ, ਤੁਹਾਨੂੰ ਵੈਸੇ ਕਦੇ ਕੋਲਾ ਲੈਣਾ ਹੋਇਆ ਧੂਆਂ ਕਰਨ ਵਾਲੇ ਆ, ਉਹ ਸਾਰੇ ਭਾਰਤ ਦੇ ਆਪਣੇ ਕੋਲਾ ਇੱਥੋਂ ਦੀ ਕੱਢਿਆ ਹੋਇਆ, ਉਹ ਤਾਂ ਹੀ ਧੂਆਂ ਜ਼ਿਆਦਾ ਕਰਦੇ ਆ। ਜਿਹੜੇ ਆਪਾਂ ਨੂੰ ਕਿਸੇ ਹੋਰ ਕੰਮ ਲਈ ਚਾਹੀਦੇ, ਜਿਵੇਂ ਥਰਮਲ ਪਾਵਰ ਪਲਾਂਟ ਲਈ ਚਾਹੀਦੇ, ਉਹ ਆਪਾਂ ਜ਼ਿਆਦਾਤਰ ਨਾ ਬਾਹਰੋਂ ਮੰਗਾਉਂਦੇ ਆ। ਆਪਣੇ ਭਾਰਤ ਵਿੱਚ ਵੀ ਮਿਲਦਾ ਪਰ ਉਹ ਬਹੁਤ ਘੱਟ ਮਿਲਦਾ, ਜ਼ਿਆਦਾਤਰ ਆਪਾਂ ਬਾਹਰੋਂ ਮੰਗਵਾਉਣਾ ਪੈਂਦਾ। ਆਪਣੇ ਜਿਹੜਾ ਆਹ ਖਨਨ, ਜਿਹੜੀ ਆਪਣੀ ਮਾਈਨਿੰਗ ਹੈ, ਇਹ ਅੰਗਰੇਜ਼ਾਂ ਨੇ ਆਪਣੇ ਟਾਈਮ ਸ਼ੁਰੂ ਕੀਤੀ ਸੀ, ਮਤਲਬ ਉਹਨਾਂ ਦੇ ਟਾਈਮ, ਇਹ 1774 ਵਿੱਚ ਉਹਨਾਂ ਨੇ ਹੀ ਸ਼ੁਰੂਆਤ ਕੀਤੀ ਸੀ, ਹਜੇ ਉਹਨਾਂ ਦਾ ਰਾਜ ਸ਼ੁਰੂ ਹੀ ਹੋਇਆ ਸੀ ਉਸ ਟਾਈਮ, ਕਿਉਂਕਿ ਜਿਹੜੇ ਇਲਾਕਿਆਂ ਤੇ ਉਹਨਾਂ ਨੇ ਕਬਜ਼ਾ ਕੀਤਾ ਨਾ, ਉਹਨਾਂ ਵਿੱਚੋਂ ਮਤਲਬ ਇਸ ਸਾਲਾਂ ਵਿੱਚ ਤੁਹਾਡੀ ਪਲਾਸੀ ਤੇ ਬਕਸਰ ਦੀ ਬੈਟਲ ਹੋਈ ਸੀ, ਉਦੋਂ ਬਾਅਦ ਦੀ ਗੱਲ ਹੈ। ਤਾਂ ਜਿਹੜਾ ਆਹ ਬੰਗਾਲ, ਝਾਰਖੰਡ, ਉੱਤਰਾਖੰਡ ਕਹਿੰਦਾ, ਝਾਰਖੰਡ, ਉੜੀਸਾ, ਛੱਤੀਸਗੜ੍ਹ, ਆਹ ਜਿਹੜੇ ਇਲਾਕੇ ਆ, ਉਦੋਂ ਬਾਅਦ ਆ ਤੁਹਾਡੇ ਨਾਰਥ ਈਸਟ ਵਿੱਚ ਮੇਘਾਲਿਆ, ਅਸਾਮ, ਤੇ ਆਹ ਇੱਥੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਇੱਥੇ ਥੋੜੇ ਜਿਹੇ ਤਾਂ ਵੀ ਬੈਟਰ ਕੁਆਲਿਟੀ ਦੇ ਕੋਲੇ ਮਿਲਦੇ ਆ। ਆ ਥੱਲੇ ਤਾਮਿਲਨਾਡੂ, ਗੁਜਰਾਤ, ਰਾਜਸਥਾਨ ਤੇ ਜੰਮੂ ਕਸ਼ਮੀਰ, ਇੱਥੇ ਮਿਲਦਾ ਲਿਗਨਾਈਟ, ਜਿਹੜਾ ਮੈਂ ਤੁਹਾਨੂੰ ਦੱਸਿਆ ਸਭ ਤੋਂ ਗੰਦੀ ਕੁਆਲਿਟੀ ਦਾ, ਇਹ ਇੱਥੇ ਮਿਲਦਾ। ਇਹ ਤਾਂ ਮਤਲਬ ਬਹੁਤ ਹੀ ਬੁਰੀ ਕੁਆਲਿਟੀ ਹੈ ਲਿਗਨਾਈਟ। ਜਿੰਨਾ ਕਾਰਬਨ ਜ਼ਿਆਦਾ ਹੋਊਗਾ, ਇੱਕ ਪੇਪਰ ਲਈ ਹੁਣ ਚੀਜ਼ ਯਾਦ ਰੱਖੋ, ਜਿੰਨਾ ਕਾਰਬਨ ਜ਼ਿਆਦਾ ਹੋਊਗਾ ਕੋਲੇ 'ਚ, ਉਨਾ ਉਹ ਧੂਆਂ ਘੱਟ ਛੱਡਣਗੇ, ਉਨਾ ਉਹ ਪਿੱਛੇ ਜਿਹੜੀ ਸਾਰੀ ਐਸ਼ ਰਹਿ ਜਾਂਦੀ ਹੈ ਉਹ ਘੱਟ ਰਹੂਗੀ, ਮਤਲਬ ਜ਼ਿਆਦਾ ਤੋਂ ਜ਼ਿਆਦਾ ਬਲ ਜੂਗਾ, ਠੀਕ ਹੈ। ਜਿੰਨਾ ਗੰਦੀ ਕੁਆਲਿਟੀ ਦਾ ਹੋਊਗਾ, ਪਿੱਛੇ ਇੱਕ ਤਾਂ ਗੰਦ ਜ਼ਿਆਦਾ ਪਾ ਕੇ ਜਾਊਗਾ ਤੇ ਦੂਜਾ ਧੂਆਂ ਵੀ ਬਹੁਤ ਕਰੂਗਾ, ਠੀਕ ਹੈ। ਤਾਂ ਕਦੀ ਵੀ ਤੁਹਾਨੂੰ ਇਹ ਆਪਸ਼ਨ ਬਣ ਕੇ ਆ ਸਕਦਾ ਹੈ ਕਿ ਕਾਰਬਨ, ਮਤਲਬ ਆਪਾਂ ਕਿੱਦਾਂ ਕੋਲੇ ਨੂੰ ਆਪਾਂ ਅੱਡ-ਅੱਡ ਉਹ 'ਚ ਵੰਡਦੇ ਆ, ਤਾਂ ਐਂਥਰਾਸਾਈਡ ਪਹਿਲੀ ਗੱਲ ਤਾਂ ਕਦੀ ਇਹੀ ਆਪਸ਼ਨ ਆ ਜਾਏ ਕਿ ਇਹਨਾਂ ਨੂੰ ਅਰੇਂਜ ਕਰੋ ਕਿਹੜਾ ਸਭ ਤੋਂ ਵਧੀਆ, ਕਿਹੜਾ ਸਭ ਤੋਂ ਘਟੀਆ। ਤਾਂ ਯਾਦ ਰੱਖਿਓ ਐਂਥਰਾਸਾਈਡ ਸਭ ਤੋਂ ਵਧੀਆ, ਬਿਟੂਮਿਨਸ, ਲਿਗਨਾਈਟ, ਇਹ ਤਿੰਨਾਂ ਨੂੰ ਇਦਾਂ ਅਰੇਂਜ ਕਰਨਾ, ਠੀਕ ਹੈ। ਕਲੀਅਰ ਹੈ? ਕੋਈ ਵੀ ਡਾਊਟ? ਇਹ ਸੀਗੇ ਤੁਹਾਡੇ ਅੱਜ ਦੇ ਕਰੰਟ ਅਫੇਅਰ।